एक ओंकार सतगुर प्रसाद। श्री नानक पाद पंकज बंदन, पाद पंकज बंदन। सिमरौ अंगद दुख निकंदन। गुर अमरदास हृदय नित ध्याऊं जी, हृदय नित ध्याऊं। श्री गुरु रामदास गुण गाऊं। गुर अर्जन विघ्नन के नाशक, विघ्नन के नाशक। श्री हरि गोविंद सुख सुमत परकार। श्री हरि राय नमो कर जोरी, नमो कर जोरी। श्री हरि कृष्ण मनाओ बहोरी। गुर तेग बहादुर परम कृपाला जी, परम कृपाला। श्री गुरु गोविंद सिंह विशाला। तरु तारा तार पुन पुन, पुन पुन सीसा। बंदों बार बार जगदीसा। जिसमें है अमृत ज्ञान है, माणिक भगत बैराग। श्री गुरु ग्रंथ साहिब उदद, बंदों करे अनुराग। एक ओंकारा सतगुरु, तेह प्रसाद सच होए। वाहिगुरु जी की फतेह है। विघ्न विनाशन वाहिगुरु जी की फतेह है। विघ्न विनाशन सोए। वाहिगुरु साहिब जीओ, दोहरा पैर खा जब दीन हवै, कीन सपाट बखान। श्री गुर तुम्हारे हाथ की, मिश्री कलम सिमरी कलमा जान। वाहिगुरु जी का खालसा, वाहिगुरु जी की फतेह। साहिब इकमाल वालिए कुल आलम
ਪਤਿਤ ਪਾਵਨ ਭਗਤ ਵਸ਼ਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਸੰਤ ਸਿਪਾਹੀ ਮੀਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਸਾਏ ਹੋਏ ਪਾਵਨ ਅਸਥਾਨ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਵਿਖੇ ਅਥਾਹ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰ ਰਹੇ ਹੋ, ਸਤ ਸੰਗਤ ਕਰਦੇ ਹੋ, ਸੇਵਾਵਾਂ ਦੇ ਵਿੱਚ ਬੇਅੰਤ ਸੰਗਤ ਹਾਜ਼ਰੀ ਭਰ ਰਹੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਸਭਨਾਂ ਦੀ ਯਾਤਰਾ ਸੇਵਾ ਔਰ ਸਤ ਸੰਗਤ ਦੀਆਂ ਘੜੀਆਂ ਜੋ ਗੁਰੂ ਕੇ ਚਰਨਾਂ ਦੇ ਵਿੱਚ ਬਤੀਤ ਕਰ ਰਹੇ ਹੋ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਥਾਏ ਪਾਵਨ ਅਰਦਾਸ ਸੰਪੂਰਨ ਕਰਨ ਆਓ। ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ, ਉਪਰੰਤ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਆਓ ਗੁਰ ਇਤਿਹਾਸ ਦੇ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਛੇਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਲਗਾਤਾਰ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਚੌਥਾ ਔਰ ਸਭ ਤੋਂ ਵੱਡਾ ਜਿਹੜਾ ਜੰਗ ਹੈ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਲੜਿਆ ਗਿਆ, ਜੋ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਬਾਦਸ਼ਾਹ ਸ਼ਾਹਜਹਾਨ ਦੀ 1 ਲੱਖ ਦੇ ਕਰੀਬ ਜਿਹੜੀ ਫੌਜ ਹੈ, ਜਿਹਦਾ ਮੁਖੀ ਕਾਲੇ ਖਾਂ ਹੈ, ਤੇ ਦੂਸਰੇ ਪਾਸੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹਨ। ਤੇ ਵੱਡਾ ਧਾਵਾ ਬਾਦਸ਼ਾਹ ਦੀ ਫੌਜ ਨੇ ਪੈਂਦੇ ਖਾਨ ਦੇ ਪਿੱਛੇ ਲੱਗ ਕੇ ਕੀਤਾ ਹੈ। ਰੋਜ਼ਾਨਾ ਆਪਾਂ ਪੈਂਦੇ ਖਾਂ ਬਾਰੇ ਕੁਝ ਕੁ ਵਚਨ ਕਰਦੇ ਹਾਂ ਤਾਂ ਕਿ ਸਾਰੀ ਸੰਗਤ ਨੂੰ ਇਤਿਹਾਸ ਦਾ ਔਰ ਜੰਗ ਦਾ ਜਿਹੜਾ ਪਿਛੋਕੜ ਹੈ ਉਹਦੀ ਸਮਝ ਲੱਗ ਸਕੇ, ਕਿਉਂਕਿ ਕੁਝ ਗੁਰਮੁਖ ਪਿਆਰੇ ਤਾਂ ਰੋਜ਼ਾਨਾ ਹਾਜ਼ਰੀ ਭਰਨ ਵਾਲੇ ਹਨ, ਕੁਝ ਸੰਗਤ ਰੋਜ਼ਾਨਾ ਆਉਣ ਵਾਲੀ ਨਹੀਂ। ਇਸ ਕਰਕੇ ਵਿਚਾਰ ਹੁੰਦਾ ਕਿ ਥੋੜ੍ਹਾ ਜਿਹਾ ਪਿਛੋਕੜ ਵੀ ਜਿਹੜਾ ਸਾਂਝਾ ਕੀਤਾ ਜਾਏ। ਪੈਂਦੇ ਖਾਂ ਨੂੰ ਪਾਤਸ਼ਾਹ ਜੀ ਨੇ ਪਾਲਿਆ ਸੀਗਾ। ਪੈਂਦੇ ਖਾਂ ਲਵਾਰਸ ਸੀਗਾ, ਬੇਸਹਾਰਾ ਸੀਗਾ, ਸਤਿਗੁਰਾਂ ਨੇ ਪਾਲਿਆ ਹੈ ਔਰ ਉਹਨੂੰ ਜੰਗ ਵਿਦਿਆ ਯੁੱਧ ਵਿਦਿਆ ਸਿਖਾਈ ਹੈ। ਤੇ ਸਤਿਗੁਰਾਂ ਨੇ ਉਹਨੂੰ ਸੋਹਣਾ ਬਹੁਤ ਖੂਬਸੂਰਤ ਘਰ ਬਣਾ ਕੇ ਦਿੱਤਾ ਹੈ, ਉਹਦਾ ਵਿਆਹ ਕੀਤਾ ਗਿਆ ਹੈ। ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ। ਪੈਂਦੇ ਖਾਨ ਦੇ ਘਰ ਦੇ ਵਿੱਚ ਚੁਬਾਰੇ ਬਣੇ ਹੋਏ ਹਨ, ਸਾਰੀਆਂ ਸਹੂਲਤਾਂ ਪੈਂਦੇ ਖਾਨ ਨੂੰ ਪਾਤਸ਼ਾਹ ਜੀ ਨੇ ਦਿੱਤੀਆਂ ਹੋਈਆਂ ਹਨ। ਪਰ ਪੈਂਦੇ ਖਾਨ ਕੁਝ ਗਲਤੀਆਂ ਕਰਦਾ ਹੈ, ਜਿਹਦੇ ਕਰਕੇ ਦਰਬਾਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਤੇ ਭੁੱਲ ਦੀ ਖਿਮਾ ਮੰਗਣ ਦੀ ਬਜਾਏ ਸਗੋਂ ਡਰਾਵੇ ਦਿੰਦਾ ਹੈ ਕਿ ਮੈਂ ਬਾਦਸ਼ਾਹ ਦੀ ਫੌਜ ਲੈ ਕਰਕੇ ਆਵਾਂਗਾ। ਸਤਿਗੁਰੂ ਜੀ ਨੇ ਕਹਿ ਦਿੱਤਾ, ਛੇਵੇਂ ਪਾਤਸ਼ਾਹ ਜੀ ਨੇ, ਪੈਂਦੇ ਖਾਂ ਜੋ ਤੂੰ ਕਰਨਾ ਹੈ ਕਰ ਲੈ। ਹੁਣ ਆਕੜਿਆ ਪੈਂਦੇ ਖਾਂ ਬਹੁਤ ਵੱਡੀ ਫੌਜ ਚੜ੍ਹ ਕੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਲੈ ਕੇ ਆਇਆ ਹੈ। ਬਾਦਸ਼ਾਹ ਨੂੰ ਕਿਹਾ, ਬਾਦਸ਼ਾਹ ਜਿਹੜੇ ਪਹਿਲੇ ਤੁਸੀਂ 3 ਜੰਗ ਕੀਤੇ ਹਨ ਉਹ ਭਾਵੇਂ ਨਹੀਂ ਜਿੱਤ ਸਕੇ, ਪਰ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦਾ ਭੇਤੀ ਹਾਂ, ਮੈਂ ਸਤਿਗੁਰਾਂ ਦੀ ਫੌਜ ਦਾ ਭੇਤੀ ਹੈ। ਮੇਰੇ ਨਾਲ ਇੱਕ ਵਾਰੀ ਸੈਨਾ ਤੋਰੋ, ਇਹ ਜੰਗ ਜਿੱਤਾਂਗੇ ਹੀ ਜਿੱਤਾਂਗੇ। ਬਾਦਸ਼ਾਹ ਨੇ ਵਿਸ਼ਵਾਸ ਕਰ ਲਿਆ ਹੈ। ਇੱਕ ਵੱਡੀ ਫੌਜ ਦੇ ਨਾਲ ਪੈਂਦੇ ਖਾਂ ਨੇ ਕਾਲੇ ਖਾਂ ਦੀ ਅਗਵਾਈ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਜੀ 'ਤੇ ਹਮਲਾ ਕੀਤਾ। ਵੱਡਾ ਜੰਗ ਹੋਇਆ ਹੈ। ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦਿਆਂ ਜੰਗ ਸ਼ੁਰੂ ਹੋ ਗਿਆ ਹੈ, ਜਿਹਦੇ ਵਿੱਚ ਅਨਵਰ ਖਾਂ ਕਾਲੇ ਖਾਨ ਦਾ ਬਾਦਸ਼ਾਹ ਦਾ ਜਿਹੜਾ ਜਰਨੈਲ ਸੀਗਾ ਉਹ ਮਾਰਿਆ ਗਿਆ ਹੈ। ਇੱਧਰੋਂ ਫਿਰ
ਗੁਰੂ ਕਾ ਇੱਕ ਬਹੁਤ ਵੱਡਾ ਜਰਨੈਲ ਭਾਈ ਲੱਖੂ ਜੀ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ ਹਨ। ਔਰ ਰਾਤ ਦਾ ਜਿਹੜਾ ਯੁੱਧ ਹੋਇਆ ਉਹਦੇ ਵਿੱਚ ਵੀ ਪੈਂਦੇ ਖਾਨ ਦਾ ਜਿਹੜਾ ਦਲ ਹੈ ਬਾਦਸ਼ਾਹ ਦਾ, ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅਤੇ ਦਿਨ ਦਾ ਜਿਹੜਾ ਜੰਗ ਹੈ ਉਹਦੇ ਵਿੱਚ ਵੀ ਵੱਡਾ ਨੁਕਸਾਨ ਹੋਇਆ ਹੈ। ਅਤੇ ਹੁਣ ਪੈਂਦੇ ਖਾਨ ਨੂੰ ਕਾਲੇ ਖਾਨ ਨੇ ਅੱਗੇ ਲਾਇਆ ਕਿ ਛੇਵੇਂ ਪਾਤਸ਼ਾਹ ਜੀ ਨਾਲ ਤੂੰ ਮੁਕਾਬਲਾ ਕਰ। ਪੈਂਦੇ ਖਾਨ ਬਾਦਸ਼ਾਹ ਦੇ ਕੋਲੋਂ ਕਹਿ ਕੇ ਵੀ ਤੁਰਿਆ ਸੀਗਾ ਕਿ ਮੈਂ ਛੇਵੇਂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਤੁਹਾਡੇ ਦਰਬਾਰ ਦੇ ਵਿੱਚ ਪੇਸ਼ ਕਰ ਦੇਵਾਂਗਾ। ਮੈਂ ਪਾਤਸ਼ਾਹ ਜੀ ਦੇ ਸਰੀਰ ਦਾ ਬਲ ਔਰ ਇੱਕ ਇੱਕ ਦਾ ਜਾਣਦਾ ਹਾਂ, ਇਸ ਕਰਕੇ ਮੈਨੂੰ ਪਾਤਸ਼ਾਹ ਜੀ ਹਰਾ ਨਹੀਂ ਸਕਦੇ। ਅਤੇ ਇਸੇ ਹੰਕਾਰ ਦੇ ਵਿੱਚ ਪੈਂਦੇ ਖਾਂ ਛੇਵੇਂ ਪਾਤਸ਼ਾਹ ਜੀ ਨੂੰ ਜੰਗ ਦੇ ਮੈਦਾਨ ਦੇ ਵਿੱਚ ਲਲਕਾਰਦਾ ਹੈ। ਬਾਕੀ ਫੌਜਾਂ ਇੱਕ ਵਾਰੀ ਪਿਛਾਂਹ ਹਟ ਕੇ ਖੜ੍ਹ ਜਾਂਦੀਆਂ ਹਨ। ਹੁਣ ਇਹ ਦਵੰਦ ਯੁੱਧ ਕਰਨਾ ਚਾਹੁੰਦਾ ਹੈ ਪੈਂਦੇ ਖਾਂ ਪਾਤਸ਼ਾਹ ਜੀ ਦੇ ਨਾਲ, ਕਿਉਂਕਿ ਇਹਨੂੰ ਆਪਣੇ ਸਰੀਰ ਦੇ ਬਲ ਦੇ ਉੱਪਰ ਬੜਾ ਵੱਡਾ ਮਾਣ ਹੈ ਕਿ ਸਾਰੀ ਫੌਜ ਦੀ ਬਜਾਏ ਮੈਨੂੰ ਇਕੱਲੇ ਨੂੰ ਅੱਗੇ ਭੇਜੋ, ਮੈਂ ਪਾਤਸ਼ਾਹ ਜੀ ਨੂੰ ਪਕੜ ਲਵਾਂਗਾ, ਜੰਗ ਦੇ ਮੈਦਾਨ ਦੇ ਵਿੱਚ ਡੇਗ ਦੇਵਾਂਗਾ। ਕਾਲੇ ਖਾਨ ਨੂੰ ਆਖਦਾ ਹੈ। ਪੈਂਦੇ ਖਾਨ ਨੂੰ ਅੱਗੇ ਭੇਜਿਆ ਗਿਆ ਅਤੇ ਪੈਂਦੇ ਖਾਨ ਨੇ ਛੇਵੇਂ ਪਾਤਸ਼ਾਹ ਜੀ ਨੂੰ ਜਾ ਕੇ ਲਲਕਾਰਿਆ ਹੈ। ਸਤਿਗੁਰੂ ਜੀ ਅੱਗੇ ਆ ਗਏ। ਪੈਂਦੇ ਖਾਨ ਦੀ ਇੱਛਾ ਸੀਗਾ ਕਿ ਮੈਂ ਮੁਕਾਬਲਾ ਪਾਤਸ਼ਾਹ ਜੀ ਨਾਲ ਕਰਨਾ ਹੈ। ਸਤਿਗੁਰਾਂ ਨੇ ਬਾਕੀ ਸੈਨਾਂ ਨੂੰ ਪਿੱਛੇ ਰੋਕ ਦਿੱਤਾ। ਇੱਧਰੋਂ ਪੈਂਦੇ ਖਾਂ ਅੱਗੇ ਵਧਿਆ ਹੈ, ਇੱਧਰੋਂ ਛੇਵੇਂ ਪਾਤਸ਼ਾਹ ਜੀ ਅੱਗੇ ਵਧੇ ਹਨ। ਅਤੇ ਪੈਂਦੇ ਖਾਂ ਨੂੰ ਸਤਿਗੁਰਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਆਖਿਆ, ਇਹ ਪੈਂਦੇ ਖਾਂ ਤੂੰ ਬੜੀ ਵਾਰ ਕਹਿੰਦਾ ਰਿਹਾ ਹੈ ਕਿ ਮੇਰੇ ਅੰਦਰ ਸਰੀਰਕ ਬਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ, ਮੈਂ ਤਗੜਾ ਹਾਂ। ਅਤੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਜੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਅਭਿਆਸ ਯੁੱਧ ਦੇ ਵਿੱਚ ਹਾਰਦਾ ਵੀ ਰਿਹਾ ਹਾਂ ਅਤੇ ਉਹ ਮੈਂ ਜਾਣ ਬੁੱਝ ਕੇ ਹਾਰਦਾ ਰਿਹਾ ਹਾਂ। ਹੇ ਪੈਂਦੇ ਖਾਂ, ਅੱਜ ਤੇਰੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਰਹਿ ਜਾਏ, ਅਸੀਂ ਤੈਨੂੰ ਮੌਕਾ ਦਿੰਦੇ ਹਾਂ, ਤੂੰ ਵਾਰ ਕਰ ਲੈ। ਪੈਂਦੇ ਖਾਨ ਨੇ ਬੜੀ ਤੇਜ਼ੀ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆ ਕਰਕੇ, ਅਤੇ ਜਿਸ ਤਰ੍ਹਾਂ ਇਹਦਾ ਬਲ ਸੀਗਾ, ਕਿਉਂਕਿ ਪੈਂਦੇ ਖਾਂ ਦੇ ਕੋਲ ਇੱਕ ਬਹੁਤ ਤਗੜਾ ਦਾਅ ਸੀਗਾ, ਇਹ ਕਾਹਲੀ ਦੇ ਨਾਲ ਆਪਣੀਆਂ ਬਲੀ ਜਿਹੜੀਆਂ ਬਾਹਾਂ ਸਨ, ਬਲੀ ਸਰੀਰ ਦੇ ਨਾਲ ਘੋੜੇ ਨੂੰ ਸਵਾਰ ਦੇ ਸਣੇ ਜੰਗ ਦੇ ਮੈਦਾਨ ਦੇ ਵਿੱਚ ਡੇਗ ਦਿਆ ਕਰਦਾ ਸੀਗਾ, ਧੱਕ ਕੇ ਸੁੱਟ ਦਿਆ ਕਰਦਾ ਸੀਗਾ ਪੈਂਦੇ ਖਾਂ। ਹੁਣ ਇਹੀ ਦਾਅ ਛੇਵੇਂ ਪਾਤਸ਼ਾਹ ਜੀ 'ਤੇ ਵਰਤਣ ਲੱਗਿਆ ਹੈ। ਜਦੋਂ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਗਿਆ, ਸਤਿਗੁਰਾਂ ਨੇ ਮੌਕਾ ਦਿੱਤਾ, ਪੈਂਦੇ ਖਾਂ ਵਾਰ ਕਰ ਲੈ। ਪੈਂਦੇ ਖਾਂ ਨੇ ਪੂਰੇ ਜ਼ੋਰ ਦੇ ਨਾਲ 2 ਵਾਰ ਕੀਤੇ ਹਨ। ਸਤਿਗੁਰਾਂ ਨੇ ਢਾਲ 'ਤੇ ਰੋਕ ਲਏ ਖੰਡੇ ਦੇ ਨਾਲ। ਜਦੋਂ ਪੈਂਦੇ ਖਾਂ ਨੇ ਦੋਵਾਂ ਬਾਹਾਂ ਦਾ ਬਲ ਭਰ ਕੇ ਤੀਸਰੀ ਵਾਰ ਖੰਡਾ ਮਾਰਿਆ ਪਾਤਸ਼ਾਹ ਜੀ ਦੀ ਢਾਲ 'ਤੇ, ਸਤਿਗੁਰਾਂ ਨੇ ਢਾਲ 'ਤੇ ਵਾਰ ਤਾਂ ਰੋਕ ਲਿਆ ਹੈ, ਪਰ ਪੈਂਦੇ ਖਾਂ ਦਾ ਜਿਹੜਾ ਖੰਡਾ ਸੀਗਾ ਉਹ 2 ਟੋਟੇ ਹੋ ਕਰਕੇ ਧਰਤੀ 'ਤੇ ਡਿੱਗ ਗਿਆ ਹੈ। ਪੈਂਦੇ ਖਾਂ ਹੁਣ ਨਿਹੱਥਾ ਹੋ ਗਿਆ ਹੈ, ਸਤਿਗੁਰਾਂ ਨੇ ਵਾਰ ਨਹੀਂ ਕੀਤਾ। ਫਿਰ ਪੈਂਦੇ ਖਾਂ ਦਾ ਜਿਹੜਾ ਸਭ ਤੋਂ ਵੱਡਾ ਦਾਅ ਸੀਗਾ, ਮੰਨਿਆ ਹੋਇਆ ਦਾਅ, ਇਹ ਉਹ ਖੇਡਿਆ ਹੈ। ਕਾਹਲੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੇ ਘੋੜੇ ਦੇ ਥੱਲੇ ਵੜਿਆ ਔਰ ਇਹਨੇ ਆਪਣੀਆਂ ਬਾਹਾਂ ਖਿਲਾਰੀਆਂ। ਘੋੜੇ ਦੀ ਕਾਠੀ ਜਿਹੜੀ ਸੀਗੀ ਬੰਨੀ ਹੋਈ, ਜਿਹੜੀ ਪੇਟੀ ਸੀਗੀ, ਉਹਨੂੰ ਹੱਥ ਪਾ ਕੇ ਪੈਂਦੇ ਖਾਂ ਨੇ ਸਾਰਾ ਜ਼ੋਰ ਲਾ ਲਿਆ, ਪਰ ਘੋੜਾ ਹਿੱਲਿਆ ਨਹੀਂ ਹੈ ਛੇਵੇਂ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਸਵਾਰ ਸਨ। ਪੈਂਦੇ ਖਾਂ ਨੇ ਇਹ ਵੀ ਦਾਅ ਵਰਤ ਕੇ ਦੇਖ ਲਿਆ ਹੈ। ਫਿਰ ਪਾਤਸ਼ਾਹ ਜੀ ਨੇ ਢਾਲ ਦੇ ਨਾਲ ਪੈਂਦੇ ਖਾਂ ਦੇ ਸਿਰ ਦੇ ਵਿੱਚ ਵਾਰ ਕੀਤਾ, ਪੈਂਦੇ ਖਾਂ ਧਰਤੀ 'ਤੇ ਡਿੱਗਿਆ ਹੈ। ਹੁਣ ਕੁਝ ਕੁ ਪਲਾਂ ਬਾਅਦ ਪੈਂਦੇ ਖਾਂ ਫਿਰ ਹੋਸ਼ ਦੇ ਵਿੱਚ ਆਉਂਦਾ ਹੈ ਅਤੇ ਸਿੱਧਾ ਹੋ ਕੇ ਖੜ੍ਹ ਜਾਂਦਾ ਹੈ। ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਘੋੜੇ ਤੋਂ ਥੱਲੇ ਉਤਰਦੇ ਹਨ। ਕਹਿਣ ਲੱਗੇ, ਹੇ ਪੈਂਦੇ ਖਾਂ, ਤੂੰ ਤਾਂ ਵਾਰ ਕਰ ਲੈ, ਹੁਣ ਸਾਡੀ ਵਾਰੀ ਹੈ, ਹੁਣ ਸਾਡਾ ਵਾਰ ਜਿਹੜਾ ਉਹ ਸੰਭਾਲ। ਅਸੀਂ ਤੈਨੂੰ ਮੌਕਾ ਦਿੱਤਾ, 3 ਵਾਰ ਤੂੰ ਖੰਡੇ ਦੇ ਨਾਲ ਕੀਤੇ, 1 ਵਾਰੀ ਤੂੰ ਘੋੜੇ ਦੇ ਥੱਲੇ ਵੀ ਆਪਣਾ ਬਲ ਲਾ ਕੇ ਦੇਖ ਲਿਆ ਹੈ। ਹੁਣ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਸਾਡਾ ਵਾਰ ਸੰਭਾਲ। ਪੈਂਦੇ ਖਾਂ ਦੇ ਕੋਲ ਭਾਵੇਂ ਢਾਲ ਸੀਗੀ, ਪਰ ਪੈਂਦੇ ਖਾਂ ਮਨ ਦੇ ਵਿੱਚ ਸੋਚਿਆ ਹੈ, ਮੈਂ ਕਾਹਲੀ ਦੇ ਨਾਲ ਜਦੋਂ ਸਮਾਂ ਮਿਲੇ ਇੱਕੇ ਦਮ ਪਾਤਸ਼ਾਹ ਜੀ ਨੂੰ ਪਿੱਛੋਂ ਜਾ ਕੇ ਪਕੜ ਲੈਂਦਾ ਹਾਂ, ਬਾਕੀ ਮੇਰੇ ਸਿਖਾਏ ਹੋਏ ਯੋਧੇ ਅਤੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਦੀ ਜਿੱਤ ਦਾ ਨਗਾਰਾ ਵਜਾ ਦੇਵਾਂਗੇ। ਪੈਂਦੇ ਖਾਂ ਪਾਤਸ਼ਾਹ ਜੀ ਨੂੰ ਪਕੜਨ ਲੱਗਿਆ ਕੋਲ ਹੋ ਕਰਕੇ। ਪੈਂਦੇ ਖਾਂ ਦੀਆਂ ਬਾਹਾਂ ਬੜੀਆਂ ਮਜ਼ਬੂਤ ਹਨ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਉਂ ਹੀ ਪੈਂਦੇ ਖਾਂ ਸਤਿਗੁਰਾਂ ਦੇ ਸਰੀਰ ਦੇ ਨੇੜੇ ਹੋਇਆ,
ਸਤਿਗੁਰਾਂ ਨੇ ਜ਼ੋਰ ਦੇ ਨਾਲ, ਅੱਖ ਦੇ ਫਰੱਕੇ ਦੇ ਨਾਲ ਬਿਜਲੀ ਦੇ ਵਾਂਗ ਤੇਜ਼ ਐਸਾ ਵਾਰ ਕੀਤਾ ਹੈ। ਪੈਂਦੇ ਖਾਂ ਦਾ ਜਿਹੜਾ ਸਰੀਰ ਚੀਰਿਆ ਗਿਆ ਤੇ ਪੈਂਦੇ ਖਾਂ ਭੁਆਂਟਣੀਆਂ ਖਾਂਦਾ ਹੋਇਆ ਧਰਤੀ ਤੇ ਡਿੱਗਿਆ ਹੈ। ਸਰੀਰ ਦੇ 2 ਟੋਟੇ ਹੋ ਗਏ ਹਨ। ਹੁਣ ਕੱਲ੍ਹ ਦੇ ਦੀਵਾਨ ਦੇ ਵਿੱਚ ਆਪਾਂ ਅਖੀਰ ਦੇ ਵਿੱਚ ਪੜ੍ਹ ਰਹੇ ਸੀਗੇ, ਗਿਰਨ ਲੱਗਿਓ ਪੈਂਦਾ ਕਹੈ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪੈਂਦੇ ਖਾਂ ਡਿੱਗਾ ਹੈ। ਕਹਿਣ ਲੱਗੇ ਕਿ ਉਸ ਵੇਲੇ ਫਿਰ ਜਬ ਗਿਰਨ ਲਾਗ ਕਹਿ ਗੁਰ ਉਧਾਰ ਤਵ ਤੁਰਕ ਜਨਮ ਕਲਮਾ ਉਚਾਰ। 6ਵੇਂ ਪਾਤਸ਼ਾਹ ਜੀ ਨੇ ਪੈਂਦੇ ਖਾਂ ਡਿੱਗਣ ਲੱਗਿਆ ਤੇ ਸਤਿਗੁਰਾਂ ਨੇ ਬਚਨ ਕੀਤਾ, ਹੇ ਪੈਂਦੇ ਖਾਂ, ਤੇਰਾ ਇਸਲਾਮ ਧਰਮ ਦੇ ਵਿੱਚ, ਤੁਰਕਾਂ ਦੇ ਘਰ ਦੇ ਵਿੱਚ ਤੇਰਾ ਜਨਮ ਹੈ। ਇਸ ਕਰਕੇ ਅਖੀਰ ਵਾਲੇ ਵੀ ਜੇ ਕੋਈ ਪਰਮੇਸ਼ਰ ਦਾ ਚਰਨਾਂ ਦਾ ਧਿਆਨ ਧਾਰ ਲਵੇ ਤਾਂ ਉਹਦੀ ਮੁਕਤੀ ਹੋ ਜਾਂਦੀ ਹੈ। ਇਸ ਕਰਕੇ ਪੈਂਦੇ ਖਾਂ ਹੁਣ ਆਪਣੀ ਜ਼ੁਬਾਨ ਤੋਂ ਲਾ ਇਲਾਹਾ ਮੁਹੰਮਦ ਰਸੂਲullah ਪੜ੍ਹ ਲੈ, ਕੁਛ ਨਾ ਕੁਛ ਬੋਲ ਲੈ, ਤੇਰਾ ਭਲਾ ਹੋ ਜਾਏਗਾ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਂਦੇ ਖਾਂ ਨੂੰ ਆਖਿਆ ਆਪਣੀ ਜ਼ੁਬਾਨ ਤੋਂ ਕੋਈ ਕਲਮਾ ਪੜ੍ਹ ਲੈ। ਤੇ ਪੈਂਦੇ ਖਾਂ ਕਹਿਣ ਲੱਗਾ, ਹੇ ਪਾਤਸ਼ਾਹ, ਭਾਈ ਰੂਪ ਕਲਮਾ ਅਬੇ ਕਰੀਏ ਮੋਹੇ ਉਧਾਰ। ਕਹਿਣ ਲੱਗੇ, ਸਤਿਗੁਰੂ ਜੀ, ਆ ਜਿਹੜੀ ਤੁਹਾਡੀ ਤੇਜ ਖੜਗ ਹੈ, ਆ ਸ਼੍ਰੀ ਸਾਹਿਬ ਹੈ ਜਿਹਨੇ ਮੈਨੂੰ ਚੀਰ, ਪਾਤਸ਼ਾਹ ਜੀ ਇਹੀ ਮੇਰੇ ਵਾਸਤੇ ਹੁਣ ਕਲਮਾ ਹੈ, ਇਹੀ ਸਾਰਾ ਕੁਝ ਹੈ। ਇਹ ਸਤਿਗੁਰੂ ਜੀ ਆਪ ਮਿਹਰ ਕਰੋ, ਕਿਰਪਾ ਕਰੋ। ਹੁਣ ਪੈਂਦੇ ਖਾਂ ਧਰਤੀ ਤੇ ਡਿੱਗਿਆ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਕੋਲ ਅਖੀਰਲੇ ਸਮੇਂ ਕੁਝ ਕੁ ਸਾਹ ਪੈਂਦੇ ਖਾਂ ਦੇ ਬਚੇ ਹਨ। ਗਰੀਬ ਨਿਵਾਜ 6ਵੇਂ ਪਾਤਸ਼ਾਹ ਜੀ ਕੋਲ ਖੜੇ ਹਨ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ ਭਾਵਨਾ ਸਹਿਤ ਸਰਵਣ ਕਰਦੇ ਹਾਂ। ਇੱਕ ਵਾਰੀ ਮਨ ਬਿਰਤੀਆਂ ਸ਼ਾਂਤ ਕਰਕੇ, ਇਕਾਗਰ ਕਰਕੇ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪੈਂਦ ਖਾਨ ਜਬ ਦੀਨ ਹਵੈ, ਕੀਨ ਸਬਾਗ ਬਖਾਨ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਹੇ ਪੈਂਦੇ ਖਾਂ, ਕਰ ਲੈ ਅੱਲਾ ਅੱਲਾ, ਖੁਦਾ ਖੁਦਾ ਕਹਿ ਲੈ। ਆ ਜਿਹੜੇ 1-2 ਸਵਾਹ ਬਚੇ ਹੋਏ ਹਨ। ਤੇ ਪੈਂਦੇ ਖਾਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਨ ਕਰਦਾ ਹੈ। ਕਹਿਣ ਲੱਗਾ, ਹੇ ਪਾਤਸ਼ਾਹ, ਪੈਂਦੇ ਖਾਂ ਜਬ ਦੀਨ ਹੋਵੈ। ਹੁਣ ਦੀਨ ਹੋ ਗਿਆ ਹੈ। ਆਪਣੀਆਂ ਗਲਤੀਆਂ, ਕਈ ਵਾਰੀ ਬੰਦਾ ਸਮਾਂ ਲੰਘ ਜਾਂਦਾ ਹੈ ਫਿਰ ਪਤਾ ਲੱਗਦਾ ਹੈ। ਸਮਾਂ ਜਦੋਂ ਰਹਿੰਦਾ ਹੈ ਕਈ ਵਾਰੀ ਉਦੋਂ ਤਾਂ ਹੰਕਾਰ ਹੀ ਖੜਾ ਨਹੀਂ ਛੱਡਦਾ, ਮੇਰੇ ਕੋਲ ਆਹ ਹੈ, ਮੇਰੇ ਕੋਲ ਆਹ ਹੈ। ਅਖੀਰ ਵੇਲੇ ਹੁਣ ਪੈਂਦੇ ਖਾਂ ਜਦੋਂ ਸਵਾਸ ਛੱਡਣ ਲੱਗਾ ਹੈ, ਗੁਰਬਾਣੀ ਦੇ ਵਿੱਚ ਇੱਕ ਵਚਨ ਹੈ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੇ ਵਸੇ। ਅਖੀਰ ਵੇਲੇ ਵੀ ਮਰਨ ਲੱਗਿਆਂ ਵੀ ਜੇਕਰ ਬੰਦੇ ਦਾ ਧਿਆਨ ਪਰਮਾਤਮਾ ਦੀ ਚਰਨਾਂ ਦੇ ਵਿੱਚ ਟਿਕ ਜਾਏ ਤੇ ਉਹਦਾ ਵੀ ਭਲਾ ਹੋ ਜਾਂਦਾ ਹੈ। ਪਾਤਸ਼ਾਹ ਜੀ ਨੇ ਬਚਨ ਕੀਤਾ ਹੈ। ਪੈਂਦੇ ਖਾਂ ਹੰਕਾਰ ਦੇ ਵਿੱਚ ਭਰਿਆ ਹੋਇਆ ਸੀਗਾ ਤੇ ਹੁਣ ਸਮਾਂ ਹੈ, ਹੁਣ ਮਾਲਕ ਦਾ ਚਰਨਾਂ ਦਾ ਧਿਆਨ ਧਾਰ ਲੈ। ਪੈਂਦੇ ਖਾਂ ਦਾ ਹੁਣ ਜਾ ਕਰਕੇ ਹੰਕਾਰ ਦੂਰ ਹੋਇਆ ਹੈ। ਕਹਿੰਦਾ ਸੀਗਾ, ਮੈਂ ਤਾਂ ਪਾਤਸ਼ਾਹ ਜੀ ਨੂੰ ਜਿੱਤ ਲੈਣਾ ਹੈ, ਮੈਂ ਤਾਂ ਸਤਿਗੁਰਾਂ ਦਾ ਭੇਤੀ ਹਾਂ, ਮੈਂ ਸਤਿਗੁਰਾਂ ਦੇ ਸਾਰੇ ਦਾਅ ਪੇਚ ਜਾਣਦਾ ਹਾਂ। ਇਸ ਹੰਕਾਰ ਦੇ ਵਿੱਚ, ਆਪਣੇ ਸਰੀਰ ਦੇ ਬਲ ਦੇ ਵਿੱਚ ਅੰਨਾ ਹੋਇਆ ਪੈਂਦੇ ਖਾਂ ਕੁਝ ਸਮਝ ਨਹੀਂ ਸਕਿਆ ਹੈ। ਹੁਣ ਜਦੋਂ ਸਰੀਰ ਦੀ ਖੇਡ ਖਤਮ ਹੋਈ ਹੈ, ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੀਨ ਹੋ ਗਿਆ ਹੈ, ਜਾਗਿਆ ਹੈ, ਸੁਰਤ ਟਿਕਾਣੇ ਆਈ ਹੈ। ਪੈਂਦੇ ਖਾਂ ਦਾ ਬਹੁਤ ਵੱਡਾ ਵਾਰ ਲੱਗਾ ਹੈ, ਸਰੀਰ ਬਿਖਰ ਗਿਆ ਹੈ। ਹੁਣ ਪੈਂਦੇ ਖਾਂ ਧਰਤੀ ਤੇ ਡਿੱਗਿਆ ਹੈ। ਸ੍ਰੀ ਗੁਰੂ ਤੁਮਰੇ ਹੱਥ ਕੀ ਮਿਹਰੀ ਕਰਮਾਨਾ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੇ ਦੀਦਾਰ ਤੇ ਤੁਹਾਡੀ ਜਿਹੜੀ ਤਲਵਾਰ ਹੈ ਸਤਿਗੁਰੂ ਜੀ, ਇਹ ਮੇਰੇ ਵਾਸਤੇ ਮਿੱਠੀ ਮਿਸ਼ਰੀ ਹੈ, ਇਹ ਮਿੱਠਾ ਕਲਮਾ ਹੈ। ਠੀਕ ਹੈ, ਕਲਮਾ ਜਾਂ ਕੋਈ ਆਇਤ ਮਿੱਠੀ ਹੈ, ਭਲਾ ਕਰਨ ਵਾਲੀ ਹੈ, ਪਰ ਪਾਤਸ਼ਾਹ ਜੀ ਆ ਜਿਹੜੀ ਮੇਰੇ ਵਾਸਤੇ ਤਾਂ ਤਲਵਾਰ ਹੀ ਜਿਹੜੀ ਤੁਹਾਡੀ ਹੈ ਨਾ, ਤੁਹਾਡੇ ਦਰਸ਼ਨ ਇਹੀ ਮਿਸ਼ਰੀ ਦੇ ਸਮਾਨ ਹੈ, ਇਹੀ ਕਲਮਾ ਹੈ, ਇਹੀ ਇਬਾਦਤ ਹੈ, ਇਹੀ ਬੰਦਗੀ ਹੈ ਸਾਰਾ ਕੁਛ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਕਿਰਪਾ ਕਰੋ, ਮਿਹਰ ਕਰੋ ਜੀ। ਜੋ ਭਾਈ ਸੁਤ ਸਮਹਿ ਹਿਰਦੈ ਹੋਇ ਆਇਓ,
ਹੁਣ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਂਦੇ ਖਾਂ ਧਰਤੀ ਤੇ ਡਿੱਗਿਆ ਹੋਇਆ ਤੜਫਦਾ ਹੋਇਆ ਸਤਿਗੁਰਾਂ ਨੂੰ ਕਹਿ ਰਿਹਾ ਹੈ, ਹੇ ਪਾਤਸ਼ਾਹ ਹੁਣ ਤਾਂ ਤੁਸੀਂ ਹੀ ਭਲਾ ਕਰਨਾ ਹੈ, ਪਾਤਸ਼ਾਹ ਤੁਸੀਂ ਹੀ ਬਖਸ਼ ਸਕਦੇ ਹੋ। ਤੇ ਗੁਰੂ ਦਾ ਤਾਂ ਸੁਭਾਅ ਹੀ ਇਸ ਤਰ੍ਹਾਂ ਦਾ ਹੈ, ਬੰਦਾ ਕਿੰਨੀਆਂ ਵੀ ਵੱਡੀਆਂ ਭੁੱਲਾਂ ਕਰੇ। ਇੱਕ ਗੁਰਬਾਣੀ ਦੇ ਵਿੱਚ ਸਤਿਗੁਰਾਂ ਦਾ ਬਚਨ ਹੈ ਕਿ ਦੇਖੋ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹਮ ਬਾਰਕ ਤੇਰਾ, ਕਾਹੇ ਨ ਖੰਡਸ ਅਵਗੁਣ ਮੇਰਾ। ਜੈਸੇ ਮਾਂ ਆਪਣੇ ਬੱਚੇ ਦੇ ਬੇਗਿਣਤ ਕੀਤੇ ਹੋਏ ਗਲਤੀਆਂ ਭੁੱਲਾਂ ਝੱਟ ਮੁਆਫ ਕਰ ਦਿੰਦੀ ਹੈ, ਉਹ ਗਿਣਦੀ ਥੋੜ੍ਹੀ ਹੈ ਕਦੇ ਜਦੋਂ ਬੱਚੇ ਨੂੰ ਲੋੜ ਪਵੇ। ਆਮ ਕੋਈ ਦੂਸਰਾ ਬੰਦਾ ਹੋਵੇ, ਉਹ ਕਿਸੇ ਦੀ ਮਦਦ ਕਰਨ ਲੱਗਿਆ ਆਖਦਾ ਕਿ ਨਹੀਂ ਤੂੰ ਮੇਰਾ ਫਲਾਣੇ ਟਾਈਮ ਬੁਰਾ ਕੀਤਾ ਸੀ, ਤੂੰ ਫਲਾਣੇ ਟਾਈਮ ਗਲਤੀ ਕੀਤੀ ਸੀ। ਪਰ ਗੁਰੂ ਦਾ ਸੁਭਾਅ ਮਾਂ ਵਰਗਾ ਹੈ, ਅਤੇ ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਦੇ ਗੁਨਾਹ ਗਿਣਦੀ ਨਹੀਂ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਡਿੱਗਿਆ ਹੋਇਆ ਪੈਂਦੇ ਖਾਂ ਜਦੋਂ ਬੇਨਤੀਆਂ ਕਰਦਾ ਹੈ ਅਤੇ ਸਤਿਗੁਰਾਂ ਦੇ ਮਨ ਦੇ ਵਿੱਚ ਵੀ ਦਇਆ ਆ ਗਈ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਜਦੋਂ ਕੁਰਲਾ ਰਿਹਾ ਹੈ ਤੇ ਸੁਨਤ ਸਨੇ ਹਿਰਦੈ ਹੈ ਹੋਏ ਆਇਓ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿਰਦੇ ਦੇ ਵਿੱਚ ਫਿਰ ਪਹਿਲਾਂ ਦੀ ਤਰ੍ਹਾਂ ਸਨੇਹ ਤੇ ਪਿਆਰ ਜਾਗਿਆ ਹੈ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਦੇ ਪੈਂਦੇ ਖਾਂ ਛੋਟਾ ਜਿਹਾ ਬੇਸਹਾਰਾ ਬੱਚੇ ਦੇ ਰੂਪ ਦੇ ਵਿੱਚ ਆਇਆ ਸੀਗਾ, ਤੇ ਗਰੀਬ ਨਿਵਾਜ ਨੇ ਪਾਤਸ਼ਾਹ ਜੀ ਨੇ ਕੋਲ ਰੱਖਿਆ, ਪੈਂਦੇ ਖਾਂ ਨੂੰ ਪਾਲਿਆ ਹੈ। ਕਹਿਣ ਲੱਗੇ ਪ੍ਰਤ ਪਾਰਿਓ ਪੁਰਬ ਅਪਣਾਇਓ, ਕਹਿਣ ਲੱਗੇ ਪੈਂਦੇ ਖਾਂ ਦੀ ਪ੍ਰਤ ਪਾਲਣਾ ਕੀਤੀ ਹੈ, ਸੋਹਣੇ ਢੰਗ ਦੇ ਨਾਲ ਜਵਾਨ ਕੀਤਾ ਹੈ, ਔਰ ਪਾਤਸ਼ਾਹ ਜੀ ਨੇ ਅਪਣਾ ਲਿਆ ਆਪਣੇ ਘਰ ਦੇ ਵਿੱਚ, ਹਮੇਸ਼ਾ ਵਾਸਤੇ ਪੈਂਦੇ ਖਾਂ ਨੂੰ ਜਗ੍ਹਾ ਦਿੱਤੀ ਹੈ। ਤੇ ਕਹਿਣ ਲੱਗੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਦੇ ਨਾਲ ਬੜਾ ਪਿਆਰ ਕਰਦੇ ਸਨ। ਨਿਜ ਕਰ ਗਰਾਸ ਪਾਏ ਮੁਖ ਮਾਹੀ, ਆਪਣੀ ਵੀ ਬੁਰਕੀ ਆਪਣੀ ਵੀ ਖੁਰਾਕ ਪੈਂਦੇ ਖਾਂ ਨੂੰ ਦੇ ਦਿਆ ਕਰਦੇ ਸਨ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗਰੀਬ ਨਿਵਾਜ ਨੇ ਬੜੇ ਸੋਹਣੇ ਢੰਗ ਦੇ ਨਾਲ ਪੈਂਦੇ ਖਾਂ ਦੀ ਪ੍ਰਤਪਾਲਣਾ ਕੀਤੀ ਸੀਗੀ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਸੰਗਤਾਂ ਦੂਰ ਤੋਂ ਚੰਗੀਆਂ ਸੋਹਣੀਆਂ ਭੇਟਾਵਾਂ, ਘੋੜੇ, ਸ਼ਸਤਰ, ਖੁਰਾਕਾਂ, ਵਸਤਰ, ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਕਰਕੇ ਆਉਂਦੀ ਸੀਗੀ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਤੋਂ ਸੋਹਣੇ ਜਿਹੜੇ ਵਸਤਰ ਸਨ ਉਹ ਪੈਂਦੇ ਖਾਂ ਨੂੰ ਦਿੰਦੇ ਸਨ। ਪੈਂਦੇ ਖਾਂ ਬੇਸਹਾਰਾ ਸੀਗਾ ਅਤੇ ਗੁਰੂ ਕੇ ਚਰਨਾਂ ਦੇ ਵਿੱਚ ਰਹਿ ਰਿਹਾ ਸੀਗਾ। ਸਤਿਗੁਰੂ ਜੀ ਪੈਂਦੇ ਖਾਂ ਦੇ ਨਾਲ ਅੱਤ ਦਾ ਕਦੇ ਸਨੇਹ ਕਰਦੇ ਸਨ, ਆਪਣੇ ਚਰਨਾਂ ਦੇ ਵਿੱਚ ਰੱਖ ਕੇ ਸੋਹਣੀ ਪ੍ਰਤਪਾਲਣਾ ਕੀਤੀ ਹੈ। ਤੇ ਪੈਂਦੇ ਖਾਂ ਵਾਸਤੇ ਚੰਗੀਆਂ ਚੰਗੀਆਂ ਕਈ ਤਰੀਕਿਆਂ ਦੀਆਂ ਸੋਹਣੀਆਂ ਪੁਸ਼ਾਕਾਂ ਪਾਤਸ਼ਾਹ ਜੀ ਆਪਣਾ ਸੈਨਾਪਤੀ ਜਾਣਦਿਆਂ ਹੋਇਆਂ ਕਈ ਵਾਰੀ ਦਿੰਦੇ ਹਨ, ਨਿਵਾਜਦੇ ਹਨ। ਤੇ ਜਿੱਥੇ ਭਾਂਤ ਭਾਂਤ ਦੇ ਵਸਤਰ ਪੈਂਦੇ ਖਾਂ ਨੂੰ ਸ਼ਸਤਰ ਦਿੱਤੇ ਹਨ, ਉੱਥੇ ਸਤਿਗੁਰੂ ਜੀ ਸੋਹਣੀਆਂ ਸੋਹਣੀਆਂ ਖੁਰਾਕਾਂ ਸਤਿਗੁਰੂ ਜੀ ਪੈਂਦੇ ਖਾਂ ਦਾ ਯੁੱਧ ਦੇ ਵਿੱਚ ਅਭਿਆਸ ਕਰਾਉਂਦੇ ਹਨ, ਤੇ ਸੋਹਣੀਆਂ ਖੁਰਾਕਾਂ ਪੈਂਦੇ ਖਾਂ ਦਾ ਸਰੀਰ ਬਲੀ ਹੋ ਜਾਏ ਪਾਤਸ਼ਾਹ ਜੀ ਦਿੰਦੇ ਸਨ। ਤੇ ਜਿਸ ਸਰੀਰ ਨੂੰ ਔਰ ਜਿਸ ਪੈਂਦੇ ਖਾਂ ਨੂੰ ਦੇਖ ਕੇ ਕਦੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਪੈਂਦੇ ਖਾਂ ਇੱਕ ਬਲੀ ਜਰਨੈਲ ਬਣ ਗਿਆ ਸੀਗਾ, ਇੱਕ ਬਹਾਦਰ ਯੋਧਾ ਬਣ ਗਿਆ ਸੀਗਾ, ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਦਾ ਬਲੀ ਸਰੀਰ ਦੇਖ ਕੇ ਬੜੇ ਪ੍ਰਸੰਨ ਖੁਸ਼ ਹੁੰਦੇ ਸਨ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪੈਂਦੇ ਖਾਂ ਨੂੰ ਦਾਨ ਤੇ ਸਤਿਕਾਰ ਮਾਣ ਕਹਿਣ ਲੱਗੇ ਦੇ ਕਰਕੇ ਨਿਤ ਤ੍ਰਿਪਤਾਵੇ ਪਾਤਸ਼ਾਹ ਜੀ ਖੁਸ਼ ਹੁੰਦੇ ਸਨ। ਤੇ ਹੁਣ ਪੈਂਦੇ ਖਾਂ ਉਹੀ ਜਿਸ ਨੂੰ ਪਾਤਸ਼ਾਹ ਜੀ ਨੇ ਛੋਟੇ ਜੀ ਨੂੰ ਪਾਲਿਆ ਹੈ, ਤੇ ਬਹੁਤ ਸੁੰਦਰ ਸਰੀਰ ਪੈਂਦੇ ਖਾਂ ਦਾ ਬਣਿਆ ਸੀਗਾ, ਪਰ ਹੰਕਾਰ ਦੇ ਵਿੱਚ ਆ ਕੇ ਸਾਰੇ ਪਰਉਪਕਾਰ ਭੁੱਲ ਗਿਆ ਤੇ ਕਿਰਤ ਘਣ ਬਣ ਕੇ ਤੇ ਸਤਿਗੁਰਾਂ ਦੀ ਵਿਰੋਧਤਾ ਕਰਦਾ ਹੈ। ਅੱਜ ਗੁਰੂ ਕੇ ਚਰਨਾਂ ਦੇ ਵਿੱਚ ਪੈਂਦੇ ਖਾਂ ਡਿੱਗਿਆ ਹੋਇਆ ਹੈ ਪਾਤਸ਼ਾਹ ਜੀ ਦੇ ਵਾਰ ਦੇ ਨਾਲ, ਤੇ ਤਿਸ ਕੀ ਦਸ਼ਾ ਦੇਖ ਦੁੱਖ ਵਾਰੀ,
ਇੱਕ ਵਾਰੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਮਨ ਹੈ ਨਾ, ਉਹ ਵੀ ਪੈਂਦੇ ਖਾਂ ਨੂੰ ਤੜਫਦਿਆਂ ਹੋਇਆਂ ਦੇਖ ਕੇ ਦੁਖੀ ਹੋਇਆ ਹੈ। ਕਮਲ ਬਿਲੋਚਨ ਤੇ ਤਜਵਾਰੀ। ਔਰ ਇੱਥੋਂ ਤੱਕ ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਆਪਣੇ ਬੱਚੇ ਦੀ ਤਰ੍ਹਾਂ ਪਾਤਸ਼ਾਹ ਜੀ ਜਾਣਦੇ ਸਨ। ਇਸ ਕਰਕੇ ਕਮਲ ਬਿਲੋਚਨ, ਸਤਿਗੁਰਾਂ ਦੇ ਕਮਲ ਦੇ ਵਰਗੇ ਜਿਹੜੇ ਸੁੰਦਰ ਨੇਤਰ ਸਨ, ਉਹਨਾਂ ਦੇ ਵਿੱਚੋਂ ਪੈਂਦੇ ਖਾਂ ਦਾ ਸਰੀਰ ਦੋ ਟੁਕੜੇ ਹੋ ਕੇ ਤੜਫੜਿਆ ਧਰਤੀ 'ਤੇ ਪਾਤਸ਼ਾਹ ਜੀ ਜਦੋਂ ਦੇਖਦੇ ਹਨ ਤੇ ਸਤਿਗੁਰਾਂ ਦੇ ਨੇਤਰਾਂ ਦੇ ਵਿੱਚੋਂ ਪਾਣੀ ਵਹਿ ਤੁਰਿਆ ਹੈ। ਬਦਨ ਸਵੇਦ ਜਿਸ ਕੇ ਬਾਹੁਆ। ਔਰ ਪੈਂਦੇ ਖਾਂ ਨੂੰ ਦੇਖਿਆ ਹੈ ਤੇ ਪੈਂਦੇ ਖਾਂ ਦਾ ਜਿਹੜਾ ਸਰੀਰ ਤੇ ਚਿਹਰਾ ਹੁਣੇ ਲਾਲ ਸੀਗਾ, ਦਗਦਗ ਕਰ ਰਿਹਾ ਸੀਗਾ ਜਦੋਂ ਵਾਰ ਕਰਦਾ ਸੀ, ਛਾਲਾਂ ਮਾਰਦਾ ਸੀਗਾ। ਪਰ ਹੁਣ ਜਦੋਂ ਸਰੀਰ ਦੋ ਟੋਟੇ ਹੋ ਗਿਆ ਪੈਂਦੇ ਖਾਂ ਦਾ, ਹੁਣ ਚਿਹਰਾ ਜਿਹੜਾ ਹੈ ਉਹ ਚਿੱਟਾ ਹੋਣਾ ਸ਼ੁਰੂ ਹੋ ਗਿਆ ਹੈ। ਤੇ ਪਾਤਸ਼ਾਹ ਜੀ ਨੇ ਦੇਖਿਆ ਧੁੱਪ ਦੇ ਵਿੱਚ ਪੈਂਦੇ ਖਾਂ ਦਾ। ਦੇਖੋ ਆਪਾਂ ਵੀ ਕਈ ਵਾਰੀ ਦੇਖਦੇ ਹਾਂ, ਜਦੋਂ ਕਿਸੇ ਦੇ ਸੱਟ ਲੱਗਦੀ ਹੈ, ਸਰੀਰ ਕਈ ਵਾਰੀ ਐਕਸੀਡੈਂਟ ਦੇ ਵਿੱਚ ਦੋ ਟੁਕੜੇ ਹੋ ਜਾਂਦਾ ਹੈ, ਕੁਝ ਸਮਾਂ ਤਾਂ ਸਰੀਰ ਤੜਫਦਾ ਹੀ ਹੈ। ਆਪਾਂ ਜਾਨਵਰਾਂ ਨੂੰ ਹੀ ਕਈ ਵਾਰੀ ਦੇਖਦੇ ਹਾਂ ਨਾ, ਆ ਛੋਟਿਆਂ ਛੋਟਿਆਂ ਨੂੰ, ਆ ਕਈ ਵਾਰੀ ਜਦੋਂ ਆ ਦੇਖੋ ਆਪਾਂ ਦੇਖਦੇ ਕਈ ਵਾਰੀ, ਤੇ ਉਹ ਵੀ ਕੁਝ ਕੁ ਪਲ ਤਾਂ ਤੜਫਦੇ ਹੀ ਹਨ, ਭਾਵੇਂ ਸਰੀਰ ਦੇ ਅੰਗ ਵੱਖਰੇ ਹੋ ਜਾਣ। ਇਸੇ ਤਰ੍ਹਾਂ ਪੈਂਦੇ ਖਾਂ ਵੀ ਜੰਗ ਦੇ ਮੈਦਾਨ ਦੇ ਵਿੱਚ ਧੁੱਪ ਦੇ ਵਿੱਚ ਪਿਆ ਹੋਇਆ, ਤੜਫਤ ਪਰਿਓ ਘਾਮ ਮਹਿ ਜੋਵਾ। ਧੁੱਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਿਆ ਤੜਫਦਾ ਹੈ, ਟੁਕੜੇ ਹੋਇਆ ਹੈ। ਸਿਫਰ ਸਾਥ ਕੀਨ ਸਤਬ ਛਾਇਆ। ਤੇ ਸਤਿਗੁਰਾਂ ਦੇ ਮਨ ਦੇ ਵਿੱਚ ਦਇਆ ਆਈ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਉਸੇ ਵੇਲੇ ਫਿਰ ਜਿਹੜੀ ਆਪਣੀ ਢਾਲ ਹੈ ਉਹ ਸੂਰਜ ਵਾਲੇ ਪਾਸੇ ਕਰਕੇ ਤੇ ਪੈਂਦੇ ਖਾਂ ਦੇ ਮੂੰਹ ਤੇ ਛਾਂ ਕੀਤੀ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿਣ ਲੱਗੇ, ਸਿਪਰ ਸਾਤ ਕੀਨਸ ਤਬ ਛਾਇਆ। ਪੈਂਦੇ ਖਾਂ ਦੇ ਸਰੀਰ ਤੇ ਥੋੜੀ ਜੀ ਛਾਂ ਹੋਈ ਹੈ। ਤੇ ਜਿਹੜੀ ਤੇਜ਼ ਧੁੱਪ ਪੈ ਰਹੀ ਸੀ, ਤਕਰੀਬਨ 1.5 ਪੈਰ ਜਿਹੜਾ ਦਿਨ ਹੈ ਉਹ ਚੜ੍ਹਿਆ ਹੈ। ਕਹਿਣ ਤੋਂ ਭਾਵ ਤਕਰੀਬਨ ਦੁਪਹਿਰ ਦਾ ਸਮਾਂ ਆ ਚੁੱਕਾ ਹੈ। ਹੁਣ ਦੁਪਹਿਰ ਦੇ ਸਮੇਂ ਪੈਂਦੇ ਖਾਂ ਦਾ ਜਿਹੜਾ ਸਰੀਰ ਹੈ ਉਹ ਤੜਫ ਰਿਹਾ ਹੈ। ਸਤਿਗੁਰਾਂ ਨੇ ਜਿਹੜੀ ਧੁੱਪ ਪੈ ਰਹੀ ਸੀ ਉਹ ਰੋਕੀ ਹੈ, ਹੁਣ ਛਾਂ ਹੋਈ ਹੈ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਿਲਕੁਲ ਪੈਂਦੇ ਖਾਂ ਦੇ ਸਰੀਰ ਦੇ ਕੋਲ ਆ ਗਏ ਹਨ ਤੇ ਦੇਖਤ ਖਰੇ ਅਸਰ ਦ੍ਰਿਗ ਝੜੈ। ਕਹਿਣ ਲੱਗੇ ਪਾਤਸ਼ਾਹ ਜੀ ਖੜੇ ਸਨ ਤੇ ਸਤਿਗੁਰਾਂ ਦੇ ਨੇਤਰਾਂ ਦੇ ਵਿੱਚੋਂ ਲਗਾਤਾਰ ਜਿਹੜੀਆਂ ਬੂੰਦਾਂ ਪਾਣੀ ਦੀਆਂ ਧਰਤੀ ਤੇ ਡਿੱਗ ਰਹੀਆਂ ਸਨ। ਸਤਿਗੁਰੂ ਜੀ ਬਿਲਕੁਲ ਪੈਂਦੇ ਖਾਂ ਦੇ ਨੇੜੇ ਆ ਗਏ ਹਨ ਤੇ ਕਈ ਬੂੰਦਾਂ ਪੈਂਦੇ ਖਾਂ ਦੇ ਮੂੰਹ ਦੇ ਉੱਪਰ ਵੀ ਸਤਿਗੁਰਾਂ ਦੇ ਨੇਤਰਾਂ ਦੇ ਵਿੱਚੋਂ ਡਿੱਗੀਆਂ ਹਨ। ਔਰ ਇੱਥੇ ਕਵੀ ਜੀ ਨੇ ਇੱਕ ਬੜੀ ਖੂਬਸੂਰਤ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਦੇਖੋ, ਜਿਸ ਤਰ੍ਹਾਂ ਕਦੇ ਜਿਹੜੀ ਲੱਕੜ ਹੈ ਉਹ ਪਾਣੀ ਦੇ ਵਿੱਚ ਜਦੋਂ ਡਿੱਗ ਪੈਂਦੀ ਹੈ ਜਾਂ ਆਪਾਂ ਸੁੱਟਦੇ ਹਾਂ ਤੇ ਲੱਕੜ ਪਾਣੀ ਨੂੰ ਡੁਬੋਂਦੀ ਨਹੀਂ ਹੈ। ਕਿਉਂ? ਕਿਉਂਕਿ ਸ਼ਾਇਦ ਕਵੀ ਜੀ ਲਿਖਦਾ ਹੈ ਕਿ ਜਿਮ ਕਾਸ਼ਟ ਕੋ ਪਾਰ ਬੰਧਾਵੈ। ਜਿਵੇਂ ਕਾਸ਼ਟ ਜਿਹੜੀ ਲੱਕੜੀ ਹੈ ਉਹ ਪਾਣੀ ਇਸ ਕਰਕੇ ਨਹੀਂ ਡੁਬੋਂਦਾ ਹੈ। ਪਾਣੀ ਸੋਚਦਾ ਹੈ ਕਿ ਮੈਂ ਹੀ ਇਸ ਲੱਕੜ ਨੂੰ ਪਾਲਿਆ ਹੈ। ਇੱਕ ਛੋਟਾ ਜਿਹਾ ਪੌਦਾ ਹੈ, ਪਾਣੀ ਤੋਂ ਬਿਨਾਂ ਉਹ ਮੁਰਝਾ ਜਾਂਦਾ ਹੈ। ਪਾਣੀ ਮਿਲਦਾ ਹੈ ਤੇ ਉਹ ਹਰਿਆ ਭਰਿਆ ਹੁੰਦਾ ਹੈ ਤੇ ਪਾਣੀ ਦੇ ਨਾਲੋਂ ਵੱਡਾ ਹੁੰਦਾ ਹੈ। ਤੇ ਪਾਣੀ ਸੋਚ ਲੈਂਦਾ ਹੈ ਕਿ ਮੇਰੇ ਕਰਕੇ ਤੇ ਪਲਿਆ ਹੈ, ਵੱਡਾ ਹੋਇਆ ਹੈ। ਜਦੋਂ ਕਿਤੇ ਪਾਣੀ ਦਾ ਲੱਕੜ ਦਾ ਟੁਕੜਾ ਜਦੋਂ ਕਿਤੇ ਪਾਣੀ ਦੇ ਵਿੱਚ ਡਿੱਗਦਾ ਹੈ ਤੇ ਕਵੀ ਜੀ ਲਿਖਦੇ ਹਨ, ਪਾਣੀ ਇਸ ਕਰਕੇ ਨਹੀਂ ਡੁਬਾਉਂਦਾ ਕਿ ਇਹਨੂੰ ਤਾਂ ਮੈਂ ਹੀ ਪਾਲਿਆ ਹੈ, ਮੇਰੇ ਕਰਕੇ ਤੇ ਵੱਡਾ ਹੋਇਆ ਹੈ। ਇਸ ਕਰਕੇ ਪਾਣੀ ਲੱਕੜ ਨੂੰ ਡੁਬਾਉਂਦਾ ਨਹੀਂ ਹੈ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਲ ਦੀ ਤਰ੍ਹਾਂ ਹਨ, ਪੈਂਦੇ ਖਾਂ ਲੱਕੜ ਦੀ ਤਰ੍ਹਾਂ ਹੈ। ਤੇ ਸਤਿਗੁਰੂ ਜੀ ਸੋਚ ਰਹੇ ਹਨ ਕਿ ਭਾਈ ਮੈਂ ਹੀ ਤਾਂ ਪਾਲਿਆ ਹੈ ਤੇ ਮੈਂ ਹੀ ਇਸ ਨੂੰ ਕਿਵੇਂ ਡੋਬਾਂ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੈਂਦੇ ਖਾਂ ਰਿਹਾ ਹੈ। ਕਹਿਣ ਲੱਗੇ ਸਤਿਗੁਰਾਂ ਦੇ ਮਨ ਦੇ ਵਿੱਚ ਤਾਂ ਵੀ ਦਇਆ ਆਈ ਹੈ ਤੇ ਗਰੀਬ ਨਿਵਾਜ ਪੈਂਦੇ ਖਾਂ ਦਾ ਉਧਾਰ ਕਰਨਾ ਚਾਹੁੰਦੇ ਹਨ। ਔਰ ਸਤਿਗੁਰਾਂ ਨੇ ਫਿਰ ਪੈਂਦੇ ਖਾਂ ਨੂੰ ਛਾਂ ਕੀਤੀ ਹੈ ਤੇ ਸਤਿਗੁਰਾਂ ਨੇ ਬਚਨ ਕੀਤੇ ਹਨ, ਹੇ ਪੈਂਦੇ ਖਾਂ ਤੇਰਾ ਭਲਾ ਹੋਵੇ
ਔਰ ਕਲਮੇ ਪੜ੍ਹ ਗਰੀਬ ਨਿਵਾਜ ਦੇ ਦਰਸ਼ਨ ਕਰਦਾ ਹੋਇਆ ਪੈਂਦੇ ਖਾਂ ਕੁਝ ਸਮਾਂ ਤੜਫਿਆ ਹੈ। ਤੜਫਤ ਪਰਿਓ ਸ਼ਿਨਕ ਮੈਂ ਮਰਿਓ, ਕੁਝ ਸਮਾਂ ਤੜਫਦਾ ਹੈ ਤੇ ਥੋੜੇ ਕੁ ਸਮੇਂ ਬਾਅਦ ਪੈਂਦੇ ਖਾਂ ਮਰ ਗਿਆ ਹੈ। ਪੈਂਦੇ ਖਾਂ ਦੇ ਸਰੀਰ ਦਾ ਅੰਤ ਹੋਇਆ ਹੈ। ਗੁਰ ਨੇ ਅਦਕ ਔਰ ਕਰਿਓ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਵੱਡਾ ਸਨੇਹ ਪੈਂਦੇ ਖਾਂ ਦੇ ਨਾਲ ਕੀਤਾ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੈਨਾ ਦੋਨਾਂ ਪਾਸੇ ਖੜੀਆਂ ਸਨ। ਇੱਕ ਪਾਸੇ ਬਾਦਸ਼ਾਹ ਦੀ ਫੌਜ, ਇੱਕ ਪਾਸੇ ਪਾਤਸ਼ਾਹ ਦੀ ਫੌਜ ਖੜੀ ਹੈ। ਹੁਣ ਸਤਿਗੁਰਾਂ ਨੇ ਪੈਂਦੇ ਖਾਂ ਦੇ ਕੋਲ ਖੜੇ ਤਿਆਗਤ ਕਹਿਣ ਲੱਗੇ ਸਤਿਗੁਰ ਸਨੇਹ ਅਦਕ ਉਰ ਕਰਿਓ। ਪਾਤਸ਼ਾਹ ਜੀ ਇੱਕ ਵਾਰੀ ਸ਼ਾਂਤ ਹੋ ਗਏ। ਬਹੁਤ ਵੱਡਾ ਪਿਆਰ ਪੈਂਦੇ ਖਾਂ ਵਾਸਤੇ ਪਾਤਸ਼ਾਹ ਜੀ ਨੇ ਦਿਖਾਇਆ ਹੈ। ਤਿਆਗੈ ਸ਼ਸਤਰ ਮਨੋਰਥ ਧਾਰਾ। ਔਰ ਇੱਕ ਵਾਰੀ ਜਿਸ ਤਰ੍ਹਾਂ ਮਨ ਦੇ ਉੱਪਰ ਬਹੁਤ ਵੱਡੀ ਗੱਲ ਲੱਗ ਗਈ ਹੋਵੇ, ਪਾਤਸ਼ਾਹ ਜੀ ਦਾ ਮਨ ਨਹੀਂ ਸੀ ਕਰ ਰਿਹਾ ਕਿ ਹੁਣ ਫਿਰ ਮੈਂ ਸ਼ਸਤਰ ਚੁੱਕਾਂ। ਗਰੀਬ ਨਿਵਾਜ ਸਤਿਗੁਰੂ ਜੀ ਇੱਕ ਵਾਰੀ ਸ਼ਾਂਤ ਹੋ ਕੇ ਉੱਥੇ ਖੜੇ ਸਨ ਅਤੇ ਹਮੋ ਨਰ ਦੁਰਗ ਹਜ਼ਾਰਾ। ਤੇ ਵਿਚਾਰ ਕਰ ਰਹੇ ਸਨ ਕਿ ਸੁਬਹ ਤੋਂ ਜੰਗ ਕਰਦਿਆਂ ਹੋਇਆਂ ਬੇਅੰਤ ਦੁਸ਼ਮਣਾਂ ਦਾ ਨਾਸ਼ ਕੀਤਾ ਹੈ। ਕਈਆਂ ਤੇ ਹਜ਼ਾਰਾਂ ਦੇ ਉੱਪਰ ਵਾਰ ਕਰਕੇ ਧਰਤੀ ਤੇ ਡਿੱਗਿਆ ਹੈ। ਰਤ ਪਾਰਿਓ ਨਿਜ ਕਰਤੇ ਕਾਇਓ। ਤੇ ਕਹਿਣ ਲੱਗੇ ਕਿ ਹੁਣ ਪੈਂਦੇ ਖਾਂ ਨੂੰ ਵੀ ਅਸੀਂ ਪਾਲਿਆ ਸੀਗਾ ਤੇ ਅੱਜ ਆਪਣੇ ਹੱਥਾਂ ਦੇ ਨਾਲ ਹੀ ਜਿਹਨੂੰ ਪਾਲਿਆ ਹੈ ਉਹਦਾ ਅੰਤ ਕਰਨਾ ਪਿਆ ਹੈ, ਉਹਦੇ ਤੇ ਵਾਰ ਕਰਨਾ ਪਿਆ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਖੜੇ ਕੁਝ ਸਮਾਂ ਸ਼ਾਂਤ ਸਨ। ਵਿਦਿਆਦਿਕ ਸਭ ਦੋਸ਼ ਉਪਾਇਓ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰਿਆ ਹੈ ਕਿ ਇਹ ਠੀਕ ਨਹੀਂ ਹੋਇਆ। ਸਤਿਗੁਰਾਂ ਨੇ ਇਹ ਦੋਸ਼ ਸਮਝਿਆ ਹੈ। ਸਤਿਗੁਰੂ ਜੀ ਚਾਹੁੰਦੇ ਨਹੀਂ ਸਨ ਕਿ ਪੈਂਦੇ ਖਾਂ ਦੇ ਉੱਪਰ ਵਾਰ ਕੀਤਾ ਜਾਏ, ਪਰ ਪੈਂਦੇ ਖਾਂ ਹੰਕਾਰਿਆ ਇਤਨਾ ਸੀਗਾ। ਬਾਦਸ਼ਾਹ ਨੂੰ ਆਖਦਾ ਸੀਗਾ ਕਿ ਛੇਵੇਂ ਪਾਤਸ਼ਾਹ ਜੀ ਤਾਂ ਮੇਰਾ ਕੁਛ ਨਹੀਂ ਵਿਗਾੜ ਸਕਦੇ। ਸਾਰੀ ਸੈਨਾ ਦੇ ਸਾਹਮਣੇ ਕਹਿ ਰਿਹਾ ਸੀ, ਕਹਿਣ ਲੱਗਾ ਦੇਖੋ ਜਿਸ ਸਤਿਗੁਰਾਂ ਨੂੰ ਤੁਸੀਂ ਤਿੰਨਾਂ ਜੰਗਾਂ ਦੇ ਵਿੱਚ ਕਾਬੂ ਨਹੀਂ ਕਰ ਸਕੇ, ਪਕੜ ਨਹੀਂ ਸਕੇ, ਹਰਾ ਨਹੀਂ ਸਕੇ, ਮੈਂ ਇਕੱਲਾ ਜਾ ਕਰਕੇ ਦੇਖਿਓ ਪਾਤਸ਼ਾਹ ਜੀ ਨੂੰ ਕਿਵੇਂ ਧਰਤੀ ਤੇ ਡੇਗਦਾ ਹਾਂ। ਹੁਣ ਪੈਂਦੇ ਖਾਂ ਦਾ ਜਿਹੜਾ ਹੰਕਾਰ ਹੈ ਉਹਦਾ ਸਿਖਰ ਸੀਗਾ ਤੇ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਦੇ ਨਾਲ ਨਹੀਂ ਸੀ ਅਸਲ ਦੇ ਵਿੱਚ ਲੜ ਰਹੇ। ਜਿਹੜਾ ਪੈਂਦੇ ਖਾਂ ਦਾ ਹੰਕਾਰ ਸੀਗਾ ਪਾਤਸ਼ਾਹ ਜੀ ਅਸਲ ਦੇ ਵਿੱਚ ਉਹਦੇ ਨਾਲ ਲੜ ਰਹੇ ਸਨ। ਹੁਣ ਪੈਂਦੇ ਖਾਂ ਦੇ ਹੰਕਾਰ ਦਾ ਅੰਤ ਹੋਇਆ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਜ ਅਬ ਦੇਤ ਤਉ ਕਠਨਾਈ ਕਹਿਣ ਲੱਗੇ ਪੈਂਦੇ ਖਾਂ ਦਾ ਅੰਤ ਕਰਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋਸ਼ ਸਮਝਿਆ ਹੈ ਔਰ ਕੁਝ ਸਮੇਂ ਵਾਸਤੇ ਪਾਤਸ਼ਾਹ ਜੀ ਚੁੱਪ ਸਨ। ਅਜ ਅਬ ਦੇਤ ਤਉ ਕਠਨਾਈ। ਹੁਣ ਪਾਤਸ਼ਾਹ ਜੀ ਨੇ ਵਿਚਾਰਿਆ ਹੈ ਕਿ ਜੇ ਸ਼ਸਤਰ ਰੱਖਦੇ ਆ, ਜੇ ਹੁਣ ਸ਼ਾਂਤ ਹੁੰਦੇ ਆ ਤੇ ਸਾਹਮਣੇ ਬਹੁਤ ਤਗੜੀ ਅਜੇ ਵੀ ਫੌਜ ਖੜੀ ਹੈ। ਤਜ ਅਬ ਦੇਤ ਦੇਖੋ ਜਿਸ ਆਪਾਂ ਵੀ ਕਈ ਵਾਰੀ ਵਿਚਾਰਦੇ ਆ, ਕਈ ਵਾਰੀ ਆਪਾਂ ਜਿਸ ਨੂੰ ਪਾਲਿਆ ਹੋਵੇ, ਸੋਹਣਾ ਘਰ ਬਣਾਇਆ ਹੋਵੇ, ਇੱਕ ਹੱਥੀ ਛੋਟਾ ਜਿਹਾ ਪੌਦਾ ਹੀ ਲਾਇਆ ਹੋਵੇ ਤੇ ਦੇਖੋ ਉਹਨੂੰ ਪੁੱਟਣ ਲੱਗਿਆ, ਉਹਨੂੰ ਢਾਉਣ ਲੱਗਿਆ, ਬੰਦੇ ਦੇ ਅੰਦਰ ਜਰਾ ਦੁੱਖ ਤਾਂ ਹੁੰਦਾ ਹੀ ਹੈ। ਹੁਣ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਕੁਝ ਸਮਾਂ ਚੁੱਪ ਸਨ। ਤਜ ਅਬ ਦੇਤ ਤਉ ਕਠਨਾਈ। ਸਤਿਗੁਰਾਂ ਦਾ ਇੱਕ ਵਾਰੀ ਮਨ ਨਹੀਂ ਸੀ ਕਰ ਰਿਹਾ ਕਿ ਫਿਰ ਸ਼ਸਤਰ ਚੁੱਕ ਕੇ ਦੁਸ਼ਮਣਾਂ ਦੇ ਨਾਲ ਅਸੀਂ ਯੁੱਧ ਕਰੀਏ ਜੀ। ਲੜਨ ਹੇਤ ਸੈਨਾ ਸਮਭਾਈ। ਪਰ ਸਤਿਗੁਰਾਂ ਦੇ ਨਾਲ ਜੰਗ ਕਰਨ ਵਾਸਤੇ ਬਹੁਤ ਤਗੜੀ ਜਿਹੜੀ ਸੈਨਾ ਹੈ ਉਹ ਸਾਹਮਣੇ ਖੜੀ ਹੈ। ਸਕਲ ਕਹੈ ਤਰਾਸਤ ਤਜ ਲਏ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰ ਕਰਦੇ ਹਨ ਕਿ ਜੇ ਹੁਣ ਜੰਗ ਇੱਥੇ ਹੀ ਛੱਡਦੇ ਹਾਂ ਜਾਂ ਥੋੜ੍ਹਾ ਜਿਹਾ ਪਿਛਾਂਹ ਹਟਦੇ ਹਾਂ ਜਾਂ ਸ਼ਸਤਰ ਨਹੀਂ ਚੁੱਕਦੇ, ਸ਼ਕਲ ਕਹੈ ਤਰਾਸਤ ਤਜ ਦੈ। ਸਾਰੇ ਕਹਿਣਗੇ ਕਿ ਸਤਿਗੁਰਾਂ ਦੀ ਸੈਨਾ ਡਰਦੀ ਹੋਈ ਪਿੱਛੇ ਹਟ ਗਈ ਹੈ। ਵਿਚਾਰ ਨਹਿ ਤਿਆਗਤ ਭਏ। ਤੇ ਸਤਿਗੁਰਾਂ ਜੀ ਨੇ ਕੁਝ ਕੁ ਸਮਾਂ ਵਿਚਾਰਾਂ ਕੀਤੀਆਂ ਤੇ ਇਮ ਵਿਚਾਰ ਨਹਿ ਤਿਆਗਤ ਭਏ। ਫਿਰ ਪਾਤਸ਼ਾਹ ਜੀ ਨੇ ਸ਼ਸਤਰ ਤਿਆਗਿਆ ਨਹੀਂ ਹੈ। ਤਬ ਪੈਂਦਾ ਗੁਰ ਕੀ ਦਿਸ਼ ਧਾਇਓ। ਤੇ ਹੁਣ ਜਦੋਂ ਪੈਂਦਾ ਕਹਿਣ ਲੱਗੇ ਕਿ ਜਬ ਪੈਂਦਾ ਗੁਰ ਕੀ ਦਿਸ਼ ਧਾਇਓ। ਜਦੋਂ ਪੈਂਦੇ ਖਾਂ ਅੱਗੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਪਾਸੇ ਕੁਝ ਕੁ ਸਮਾਂ ਪਹਿਲਾਂ ਵਧਿਆ ਸੀਗਾ ਸਮਾਨ ਸੰਗ ਹੀ ਆਇਓ। ਤੇ ਪੈਂਦੇ ਖਾਂ ਦਾ ਜਵਾਈ
ਪੈਂਦੇ ਖਾਂ ਦਾ ਜਿਹੜਾ ਦਮਾਦ ਸੀਗਾ ਉਹਨੂੰ ਵੀ ਕਾਲੇ ਖਾਂ ਫੌਜ ਦੇ ਮੁਖੀ ਨੇ ਨਾਲ ਹੀ ਭੇਜਿਆ ਸੀਗਾ, ਉਹ ਵੀ ਕੋਲ ਹੀ ਸੀਗਾ। ਇਹਦਾ ਛੋਟਾ ਜਿਹਾ ਜਿਹੜੇ ਦਲ ਹੈ, ਟੁਕੜੀ ਹੈ, ਉਹ ਅੱਗੇ ਆਈ ਸੀ ਪੈਂਦੇ ਖਾਂ ਦੇ ਨਾਲ। ਕਹਿਣ ਲੱਗੇ ਅਸਮਾਨ ਖਾਨ, ਕਹਿਣ ਲੱਗੇ ਖਾਂ ਅਸਮਾਨ ਸੰਗ ਹੀ ਆਇਓ। ਪੈਂਦੇ ਖਾਂ ਦਾ ਦਮਾਦ ਨਾਲ ਹੀ ਆਇਆ ਸੀਗੀ, ਬਾਕੀ ਸੈਨਾ ਭਾਵੇਂ ਦੂਰ ਹੈ ਪਰ ਅਸਮਾਨ ਖਾਂ ਬਿਲਕੁਲ ਨੇੜੇ ਸੀਗਾ। ਸ੍ਰੀ ਗੁਰਦਿੱਤੇ ਤਹਿ ਅਟਕਾਇਓ। ਤੇ ਜਦੋਂ ਉਹ ਅੱਗੇ ਆਉਣ ਲੱਗਿਆ ਕਿ ਮੇਰੇ ਸਹੁਰੇ ਨੂੰ, ਪੈਂਦੇ ਖਾਨ ਨੂੰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਤੀ 'ਤੇ ਡੇਗ ਦਿੱਤਾ ਹੈ, ਖਤਮ ਕਰ ਦਿੱਤਾ ਹੈ, ਤੇ ਅਸਮਾਨ ਖਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਗੁੱਸਾ ਜਾਗਿਆ ਹੈ ਤੇ ਉਹ ਇੱਕਦਮ ਅੱਗੇ ਵਧਿਆ ਹੈ। ਸ਼੍ਰੀ ਗੁਰਦਿੱਤੇ ਤਹਿ ਅਟਕਾਇਓ। ਪਰ ਗੁਰੂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਪੁੱਤਰ ਬਾਬਾ ਗੁਰਦਿੱਤਾ ਜੀ ਉਹ ਵੀ ਉਸ ਵੇਲੇ ਕੋਲ ਹੀ ਆ ਗਏ ਸਨ। ਹੁਣ ਬਾਬਾ ਗੁਰਦਿੱਤਾ ਜੀ ਨੇ ਅਸਮਾਨ ਖਾਨ ਨੂੰ ਰੋਕ ਦਿੱਤਾ ਹੈ। ਕਹਾਂ ਜਾਤ ਇਤ ਰਹੋ ਫਲਾਇਓ। ਕਹਿਣ ਲੱਗਿਆ, ਹੇ ਅਸਮਾਨ ਖਾਂ ਅੱਗੇ ਕੀ ਵੱਧਦਾ ਹੈ, ਮੇਰੇ ਕੋਲ ਆ, ਮੇਰੇ ਨਾਲ ਮੁਕਾਬਲਾ ਕਰ। ਤਾਨ ਧਨੁਖ ਕੋ ਤੀਰ ਪ੍ਰਹਾਰਾ। ਤੇ ਫਿਰ ਅਸਮਾਨ ਖਾਨ ਨੇ ਬੜੇ ਗੁੱਸੇ ਦੇ ਵਿੱਚ ਆ ਕਰਕੇ ਤਾਨ ਧਨੁਖ ਕੋ ਤੀਰ ਪ੍ਰਹਾਰਾ, ਧਨੁਖ ਦੇ ਵਿੱਚ ਸਖਤ ਇੱਕ ਤੀਰ ਚਾੜਿਆ ਹੈ। ਅਸਮਾਨ ਇਨੋ ਪਰ ਮਾਰਾ। ਤੇ ਅਸਮਾਨ ਖਾਨ ਨੇ ਬਾਬਾ ਗੁਰਦਿੱਤਾ ਜੀ ਵਾਲੇ ਪਾਸੇ ਉਹ ਜਿਹੜਾ ਤੀਰ ਹੈ ਉਹਦਾ ਤੇਜ਼ੀ ਦੇ ਨਾਲ ਪ੍ਰਹਾਰ ਕੀਤਾ ਹੈ। ਦੋਨੋਂ ਸਪਟ ਅਰੇ ਰਣ ਮਾਹੀ। ਹੁਣ ਬਾਬਾ ਗੁਰਦਿੱਤਾ ਜੀ ਦਾ ਔਰ ਅਸਮਾਨ ਖਾਨ ਦਾ ਜਿਹੜਾ ਛੋਟਾ ਜਿਹਾ ਦਲ ਹੈ ਉਹਨਾਂ ਦੇ ਵਿੱਚ ਇੱਕ ਤੇਜ਼ ਯੁੱਧ ਫਿਰ ਛਿੜ ਗਿਆ ਹੈ। ਕੁਝ ਸਮਾਂ ਸ਼ਾਂਤੀ ਸੀਗੀ, ਦੋਨੋਂ ਦਲ ਪਿੱਛੇ ਹਟ ਗਏ ਸਨ, ਪਰ ਥੋੜ੍ਹੀ ਕੁ ਸੈਨਾ ਪੈਂਦੇ ਖਾਨ ਦੇ ਨਾਲ ਅੱਗੇ ਆਈ ਸੀਗੀ। ਕੁਝ ਕੁ ਸਾਥੀ ਪਾਤਸ਼ਾਹ ਜੀ ਦੇ ਨਾਲ ਅੱਗੇ ਸਨ ਜਿਨ੍ਹਾਂ ਨੂੰ ਰੋਕਿਆ ਹੋਇਆ ਸੀਗਾ ਕਿ ਭਾਈ ਤੁਸੀਂ ਇੱਥੇ ਖੜਨਾ ਹੈ। ਤੇ ਜਦੋਂ ਅਸਮਾਨ ਖਾਨ ਅੱਗੇ ਵਧਿਆ ਤੇ ਬਾਬਾ ਗੁਰਦਿੱਤਾ ਜੀ ਵੀ ਅੱਗੇ ਵਧ ਗਏ। ਇਹਨਾਂ ਦੇ ਜਿਹੜੇ ਦਲ ਸਨ ਆਪਸ ਦੇ ਵਿੱਚ ਹੁਣ ਜੂਝ ਪਏ ਹਨ ਤੇ ਇਹਨਾਂ ਦੇ ਅੰਦਰ ਭੋਰਾ ਵੀ ਡਰ ਨਹੀਂ ਹੈ। ਅਸਮਾਨ ਖਾਨ ਸਹੁਰੇ ਦੇ ਮਰਨ ਕਰਕੇ ਭਾਰੀ ਗੁੱਸੇ ਦੇ ਵਿੱਚ ਹੈ। ਇੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਵੱਡੇ ਬਾਬਾ ਗੁਰਦਿੱਤਾ ਜੀ ਇਹ ਵੀ ਵੀਰ ਰਸ ਦੇ ਵਿੱਚ ਨਾਲ ਲੜ ਰਹੇ ਹਨ ਤੇ ਆਪਣੇ ਆਪਣੇ ਘੋੜਿਆਂ ਨੂੰ ਅੱਡੀ ਲਾਉਂਦੇ ਹਨ, ਟਪਾਉਂਦੇ ਹਨ। ਚੰਚਲ ਘੋੜੇ ਹਨ, ਇੱਧਰ ਉੱਧਰ ਜਾਂਦੇ ਹਨ, ਤੀਰਾਂ ਦਾ ਤੇ ਕੀਤੇ ਹੋਏ ਇੱਕ ਦੂਜੇ ਤੇ ਵਾਰਾਂ ਦਾ ਬਚਾਵ ਕਰ ਰਹੇ ਹਨ। ਤੇ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹੋਏ ਕਦੇ ਕਦੇ ਤਾਂ ਬਿਲਕੁਲ ਨੇੜੇ ਆ ਜਾਂਦੇ ਹਨ ਬਾਬਾ ਗੁਰਦਿੱਤਾ ਜੀ ਤੇ ਅਸਮਾਨ ਖਾਂ, ਤੇ ਕਦੇ ਕਦੇ ਦੂਰ ਹੋ ਜਾਂਦੇ ਹਨ। ਤੇ ਦੋਨੋਂ ਯੁੱਧ ਵਿਦਿਆ ਦੇ ਵਿੱਚ ਨਿਪੁੰਨ ਸਨ, ਨੌਜਵਾਨ ਸਨ, ਬਹਾਦਰ ਸਨ। ਬਹੁਤ ਵੱਡਾ ਮਨ ਦੇ ਵਿੱਚ ਜੰਗ ਨੂੰ ਜਿੱਤਣ ਵਾਸਤੇ ਉਤਸ਼ਾਹ ਹੈ। ਕਹਿਣ ਲੱਗੇ ਧਨ ਵਿਦਿਆ ਆਪਣੀ ਦਿਖਰਾਵੇ, ਜਿਸ ਜਿਸ ਦੇ ਕੋਲ ਜਿਹੋ ਜਿਹੀ ਕਲਾ ਹੈ ਉਹ ਵਰਤ ਕੇ ਜੰਗ ਦੇ ਮੈਦਾਨ ਦੇ ਵਿੱਚ ਦੂਜੇ ਨੂੰ ਡੇਗਣਾ ਚਾਹੁੰਦਾ ਹੈ। ਤੇ ਛੇਤੀ ਦੇ ਨਾਲ ਕਾਲੀ ਦੇ ਨਾਲ ਇੱਕ ਯੋਧਾ ਤੀਰ ਚਲਾਉਂਦਾ ਹੈ ਤੇ ਦੂਜਾ ਘੋੜੇ ਨੂੰ ਅੱਡੀ ਲਾ ਕਰਕੇ ਕਦੇ ਪਿਛਾਂਹ ਕਰ ਲੈਂਦਾ ਤੇ ਕਦੇ ਢਾਲ ਦੇ ਨਾਲ ਰੋਕ ਲੈਂਦਾ ਹੈ ਤੇ ਇਸ ਤਰ੍ਹਾਂ ਆਪਣਾ ਬਚਾਵ ਕਰ ਰਹੇ ਸਨ। ਤੇ ਕੁਝ ਸਮਾਂ ਦੋਨਾਂ ਯੋਧਿਆਂ ਨੇ ਮੁਕਾਬਲਾ ਕੀਤਾ ਪਰ ਖਾਸ ਵਿਧੀ ਦੇ ਨਾਲ ਵਾਰ ਕਿਸੇ ਦਾ ਨਹੀਂ ਲੱਗਾ ਹੈ ਤੇ ਦੋਨਾਂ ਯੋਧਿਆਂ ਦੇ ਅਜੇ ਤੱਕ ਅੰਗ ਸਹੀ ਸਲਾਮਤ ਸਨ, ਆਪਣੇ ਆਪਣੇ ਸਰੀਰ ਨੂੰ ਬਚਾਇਆ ਹੋਇਆ ਹੈ। ਹੁਣ ਅਸਮਾਨ ਖਾਨ ਤੀਰ ਕਲਾ ਦੇ ਵਿੱਚ ਬੜਾ ਨਿਪੁੰਨ ਹੈ, ਬਹੁਤ ਤਗੜਾ ਯੋਧਾ ਹੈ। ਇਹਨੇ ਫਿਰ ਖਾਂ ਅਸਮਾਨ ਕ੍ਰੋਧ ਤਬ ਕੀਨਾ, ਇੱਕਦਮ ਵੱਡਾ ਕ੍ਰੋਧ ਧਾਰਨ ਕੀਤਾ ਹੈ ਔਰ ਫਿਰ ਇੱਕ ਤਿੱਖਾ ਤੇ ਭਾਰਾ ਭੀਸ਼ਣ ਦੇ ਤੀਰਾਂ ਵਰਗਾ ਇੱਕ ਤੀਰ ਕੱਢ ਕੇ ਚੱਲੇ ਤੇ ਅਸਮਾਨ ਖਾਨ ਨੇ ਚਾੜਿਆ ਹੈ। ਤੇ ਜਦੋਂ ਚੱਲੇ ਤੇ ਜੋੜਿਆ ਹੈ, ਚਾੜਿਆ ਹੈ ਤੇ ਸਾਰਾ ਬਲ ਭਰ ਕੇ ਤੇਜ਼ੀ ਦੇ ਨਾਲ ਇਹ ਜਿਹੜਾ ਵਾਰ ਹੈ ਇਹ ਖਾਲੀ ਨਹੀਂ ਜਾਣਾ ਚਾਹੁੰਦਾ ਪੈਂਦੇ ਅਸਮਾਨ ਖਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਅੰਤ ਕਰਨਾ ਚਾਹੁੰਦਾ ਹੈ ਪੈਂਦੇ ਖਾਂ ਦਾ ਜਵਾਈ। ਹੁਣ
ਜ਼ੋਰ ਦੇ ਨਾਲ ਤੀਰ ਤਿੱਲੇ ਤੇ ਚਾੜਿਆ ਹੈ। ਛੋਰਿਓ ਬਾਣ ਹਾਨ ਕੇ ਹੇਤ, ਤੇ ਹੁਣ ਪੈਂਦੇ ਖਾਨ, ਹੁਣ ਅਸਮਾਨ ਖਾਨ ਨੇ ਇਹ ਤੀਰ ਛੱਡਿਆ ਹੈ। ਛੋਰਿਓ ਬਾਣ ਹਾਨ ਕੇ ਹੇਤ ਬਾਬਾ ਗੁਰਦਿੱਤਾ ਜੀ ਦੇ ਅੰਤ ਵਾਸਤੇ। ਲਗਿਓ ਦੀਨ ਮੈਂ ਜਾਏ ਮਹਾਨ, ਤੇ ਪਰ ਬਾਬਾ ਗੁਰਦਿੱਤਾ ਜੀ ਦੇ ਚੰਚਲ ਘੋੜੇ ਨੇ ਪਾਸਾ ਮਾਰਿਆ ਹੈ। ਬਾਬਾ ਗੁਰਦਿੱਤਾ ਜੀ ਦੇ ਸਰੀਰ ਦਾ ਤਾਂ ਬਚਾਅ ਹੋ ਗਿਆ, ਪਰ ਇਹ ਜਿਹੜਾ ਵਾਰ ਹੈ ਘੋੜੇ ਦੀ ਬਣੀ ਹੋਈ ਜਿਹੜੀ ਕਰੜੀ ਜੀਨ ਹੈ, ਕਹਿਣ ਤੋਂ ਭਾਵ ਕਾਠੀ ਹੈ, ਉਹਦੇ ਵਿੱਚ ਅਸਮਾਨ ਖਾਨ ਦਾ ਲੱਗਿਆ ਹੋਇਆ ਛੱਡਿਆ ਹੋਇਆ ਤੀਰ ਉਹਦੇ ਵਿੱਚ ਲੱਗਾ ਹੈ। ਨਿਫਲਿਓ ਵਾਰ ਖਾਨ ਅਸਮਾਨ, ਹੁਣ ਅਸਮਾਨ ਖਾਨ ਦਾ ਕੀਤਾ ਹੋਇਆ ਵਾਰ ਜਦੋਂ ਖਾਲੀ ਚਲਿਆ ਗਿਆ ਸੀਗਾ। ਸ੍ਰੀ ਗੁਰਦਿੱਤਾ ਕ੍ਰੋਧਿਤ ਜੁਧ, ਹੁਣ ਬਾਬਾ ਗੁਰਦਿੱਤਾ ਜੀ ਵੀ ਹੁਣ ਕ੍ਰੋਧ ਦੇ ਵਿੱਚ ਆਏ ਹਨ। ਲਿਓ ਬਾਣ ਖਪਰਾ ਇੱਕ ਸੁਧ, ਤੇ ਬਾਬਾ ਗੁਰਦਿੱਤਾ ਜੀ ਨੇ ਵੀ ਇੱਕ ਫਿਰ ਚੋਣਵਾ ਤੇ ਨਿੱਗਰ ਭਾਰਾ ਜਿਹੜਾ ਤੀਰ ਹੈ ਉਹ ਚਿੱਲੇ ਤੇ ਚਾੜਿਆ ਹੈ। ਲਿਓ ਬਾਣ ਖਪਰਾ ਇੱਕ ਸ਼ੁੱਧ, ਜਿਹੜਾ ਬੜਾ ਤੇਜ ਤੇ ਬੜਾ ਕਰੜਾ ਬਣਿਆ ਹੋਇਆ ਸੀਗਾ। ਤਾਨ ਕਾਨ ਲਗ ਤਾਨ ਮਹਾਨਾ, ਤੇ ਸਿੱਧਾ ਤਾਨ ਕੇ ਭਾਵੇਂ ਕਈ ਵਾਰ ਖਾਲੀ ਗਏ ਹਨ, ਪਰ ਹੁਣ ਕੰਨ ਤੱਕ ਖਿੱਚ ਕੇ ਸਿੱਧੀ ਬਾਂਹ ਕਰਕੇ ਤੇ ਸਖਤ ਤੀਰ ਬਾਬਾ ਗੁਰਦਿੱਤਾ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਨੇ ਛੱਡਿਆ ਹੈ। ਛੁਟਿਓ ਸੋ ਬੇਗ ਜੋ ਸਰਪ ਸਮਾਨਾ, ਔਰ ਇਹ ਜਿਹੜਾ ਤੀਰ ਹੈ ਸੱਪ ਦੇ ਵਾਂਗ ਸ਼ੂਕਦਾ ਹੋਇਆ ਬੜੀ ਤੇਜ਼ੀ ਦੇ ਨਾਲ ਚੱਲਿਆ ਹੈ। ਲਗਿਓ ਮਾਨ ਕੇ ਭਾਲ ਵਿਸਾਲਾ, ਤੇ ਸਿੱਧਾ ਜਾ ਕਰਕੇ ਅਸਮਾਨ ਖਾਨ ਨੇ ਭਾਵੇਂ ਕਈ ਵਾਰ ਤੀਰਾਂ ਦਾ ਬਚਾਵ ਕੀਤਾ ਹੈ ਬਾਬਾ ਗੁਰਦਿੱਤਾ ਜੀ ਦੇ, ਪਰ ਇਸ ਵਾਰੀ ਜਿਹੜਾ ਤੀਰ ਚੱਲਿਆ ਇਹ ਅਸਮਾਨ ਖਾਨ ਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਆ ਕਰਕੇ ਤੀਰ ਤੇ ਹੁਣ ਜੰਗ ਦੇ ਮੈਦਾਨ ਦੇ ਵਿੱਚ ਅਸਮਾਨ ਖਾਨ ਦੇ ਮੱਥੇ ਦੇ ਵਿੱਚ ਦੀ ਪਾਰ ਹੋ ਗਿਆ ਹੈ। ਜਾਨ ਨੇ ਦੇਖਤ ਪਹੁੰਚਿਓ ਬਿਆਲਾ, ਇਹ ਤੀਰ ਮਾਨੋ ਇਸ ਤਰ੍ਹਾਂ ਆਇਆ ਹੈ ਕਿ ਜਿਸ ਤਰ੍ਹਾਂ ਖਜ਼ਾਨੇ ਨੂੰ ਦੇਖ ਕੇ ਸੱਪ ਆਉਂਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਸਿੱਧਾ ਨਿਸ਼ਾਨੇ ਤੇ ਇਸ ਵਾਰੀ ਬਾਬਾ ਗੁਰਦਿੱਤਾ ਜੀ ਦਾ ਨਿਸ਼ਾਨਾ ਅਟਕਿਆ ਨਹੀਂ ਹੈ। ਕੋ ਫੋਰ ਪਾਰ ਤਪ ਪਰਿਓ, ਤੇ ਸਿਰ ਨੂੰ ਫੋੜ ਕੇ ਤੀਰ ਬਹੁਤ ਅੱਗੇ ਲੰਘ ਚੁੱਕਾ ਹੈ। ਆਇਆ ਸਮਾਨ ਤੁਰੰਤ ਤੇ ਗਿਰਿਓ, ਤੇ ਅਸਮਾਨ ਖਾਨ ਘੋੜੇ ਤੇ ਚੜਿਆ ਹੋਇਆ ਹੈ, ਭੁਆਂਟਣੀਆਂ ਖਾਂਦਾ ਹੋਇਆ ਝਾਟੀ ਧਰਤੀ ਤੇ ਡਿੱਗਾ ਹੈ। ਪਰਿਓ ਨਿਕਟ ਬਾਬਾ ਚਲ ਗਇਓ, ਤੇ ਹੁਣ ਧਰਤੀ ਤੇ ਡਿੱਗਿਆ ਹੋਇਆ ਅਸਮਾਨ ਖਾਨ ਨੂੰ ਬਾਬਾ ਗੁਰਦਿੱਤਾ ਜੀ ਨੇ ਦੇਖਿਆ ਹੈ। ਤੇ ਹੁਣ ਪਹਿਲਾਂ ਜਿੱਥੇ ਪੈਂਦੇ ਖਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਰਹਿੰਦਾ ਸੀਗਾ, ਉੱਥੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਪੈਂਦੇ ਖਾਨ ਦੀ ਪੁੱਤਰੀ ਦਾ ਜਿਹੜਾ ਵਿਆਹ ਹੈ ਅਸਮਾਨ ਖਾਨ ਦੇ ਨਾਲ ਕੀਤਾ ਸੀਗਾ। ਹੁਣ ਰਿਸ਼ਤੇਦਾਰੀ ਹੈ, ਜਾਣਦੇ ਸਨ। ਤੇ ਬਾਬਾ ਗੁਰਦਿੱਤਾ ਜੀ ਵੀ ਪਿਛਲੇ ਸਮੇਂ ਤੋਂ ਕਰਤਾਰਪੁਰ ਸਾਹਿਬ ਜੀ ਵਿੱਚ ਰਹਿ ਰਹੇ ਸਨ, ਤੇ ਇੱਥੇ ਨੇੜੇ ਹੀ ਪੈਂਦੇ ਖਾਨ ਦਾ ਵੀ ਘਰ ਸੀਗਾ ਤੇ ਕੋਲ ਹੀ ਪੈਂਦੇ ਖਾਨ ਦੇ ਜਵਾਈ ਦਾ ਵੀ ਘਰ ਸੀਗਾ। ਹੁਣ ਆਉਣ ਜਾਣਾ ਸੀਗਾ ਤੇ ਕਈ ਵਾਰ ਜਿੱਥੇ ਪੈਂਦੇ ਖਾਨ ਸਤਿਗੁਰਾਂ ਦੇ ਨਾਲ ਜਾਂ ਸਤਿਗੁਰਾਂ ਦੇ ਸਪੁੱਤਰ ਦੇ ਨਾਲ ਜੰਗਲਾਂ ਦੇ ਵਿੱਚ ਜਾਂਦੇ ਸਨ ਇੱਧਰ ਉੱਧਰ ਸ਼ਿਕਾਰ ਖੇਡਣ ਵਾਸਤੇ, ਉੱਥੇ ਕਈ ਵਾਰੀ ਅਸਮਾਨ ਖਾਨ ਵੀ ਆਉਂਦਾ ਸੀਗਾ। ਔਰ ਇਹ ਵੀ ਗੁਰੂ ਘਰ ਦੇ ਵਿੱਚ ਕਈ ਵਾਰੀ ਕਈ ਦਿਨ ਰਹਿੰਦਾ ਸੀਗਾ ਤੇ ਗੁਰੂ ਕੀ ਸੈਨਾ ਦੇ ਵਿੱਚ ਇੱਧਰ ਉੱਧਰ ਵੀ ਵਿਚਰਦਾ ਸੀਗਾ, ਕਿਉਂਕਿ ਆਪਸ ਦੇ ਵਿੱਚ ਜੇ ਪੈਂਦੇ ਖਾਂ ਗੁਰੂ ਘਰ ਦੇ ਵਿੱਚ ਰਹਿੰਦਾ ਹੈ ਤੇ ਸਤਿਗੁਰਾਂ ਨੇ ਹੱਥੀਂ ਸਾਰੇ ਕਾਰਜ ਕੀਤੇ ਹਨ ਤੇ ਅਸਮਾਨ ਖਾਨ ਵੀ ਆਉਂਦਾ ਹੈ। ਹੁਣ ਜਿਹੜਾ ਖਾਨ ਅਸਮਾਨ ਹੈ ਇਹ ਬਾਬਾ ਗੁਰਦਿੱਤਾ ਜੀ ਦੇ ਹਮ ਉਮਰ ਹਨ, ਕਹਿਣ ਤੋਂ ਭਾਵ ਇੱਕੋ ਜੀ ਦੋਨਾਂ ਦੀ ਉਮਰ ਹੈ। ਬਾਬਾ ਗੁਰਦਿੱਤਾ ਜੀ ਲੰਮਾ ਲੰਮਾ ਸਮਾਂ ਗੱਲਾਂ ਕਰਦੇ ਹਨ, ਕਈ ਵਾਰੀ ਅਸਮਾਨ ਖਾਨ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਗਏ ਹਨ, ਕਈ ਵਾਰੀ ਮਿਲੇ ਹਨ ਤੇ ਕਈ ਵਾਰੀ ਇਕੱਠੇ ਰਹੇ ਹਨ। ਹੁਣ ਇੱਥੇ ਕਹਿਣ ਲੱਗੇ ਪਰਿਓ ਨਿਕਟ ਬਾਬਾ ਚੱਲ ਗਇਓ, ਜਦੋਂ ਅਸਮਾਨ ਖਾਨ ਵੀ ਧਰਤੀ ਤੇ ਡਿੱਗਿਆ ਹੈ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਵੀ ਹੁਣ ਕੋਲ ਅਸਮਾਨ ਖਾਨ ਦੇ ਗਏ ਹਨ। ਜਾਨ ਸਖਾ ਸਮ ਤਬ ਰੁਦਨਿਓ, ਤੇ ਹੁਣ ਆਪਣਾ ਸਖਾ ਸਮਝ ਕੇ ਨੇੜੇ ਦਾ ਸਮਝ ਕੇ ਤੇ ਬਾਬਾ ਗੁਰਦਿੱਤਾ ਜੀ ਨੇ ਉਸ ਵੇਲੇ ਬਾਬਾ ਗੁਰਦਿੱਤਾ ਜੀ ਦੇ ਮਨ ਦੇ ਵਿੱਚ ਵੀ ਜਿਵੇਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ
ਪੈਂਦੇ ਖਾਨ ਨੂੰ ਆਪਣਾ ਜਾਣਦੇ ਸਨ, ਪਰ ਹੰਕਾਰ ਦੇ ਵਿੱਚ ਜਦੋਂ ਗਲਤ ਰਸਤੇ 'ਤੇ ਪਿਆ ਤੇ ਫਿਰ ਅੰਤ ਕਰਨਾ ਪਿਆ ਹੈ। ਹੁਣ ਉਸੇ ਤਰ੍ਹਾਂ ਪੈਂਦੇ ਖਾਨ ਦਾ ਜਵਾਈ ਵੀ ਗੁਰੂ ਘਰ ਦੇ ਨੇੜੇ ਸੀਗਾ ਪਹਿਲਾਂ, ਪਰ ਹੁਣ ਜਦੋਂ ਦੁਸ਼ਮਣਾਂ ਦੇ ਵਾਲੇ ਪਾਸਿਓਂ ਚੜ੍ਹ ਕੇ ਆਏ ਹਨ, ਹੁਣ ਬਾਬਾ ਗੁਰਦਿੱਤਾ ਜੀ ਨੂੰ ਵਾਰ ਕਰਨਾ ਪਿਆ ਹੈ। ਤੇ ਪਰ ਬਾਬਾ ਗੁਰਦਿੱਤਾ ਜੀ ਜਦੋਂ ਅਸਮਾਨ ਖਾਨ ਦੇ ਨੇੜੇ ਗਏ ਹਨ, ਇਹਨਾਂ ਦਾ ਵੀ ਚਿਹਰਾ ਇੱਕ ਵਾਰੀ ਮੁਰਝਾ ਗਿਆ ਹੈ ਔਰ ਬਾਬਾ ਗੁਰਦਿੱਤਾ ਜੀ ਵੀ ਕੁਝ ਸਮੇਂ ਵਾਸਤੇ ਸ਼ਾਂਤ ਹੋਏ ਹਨ। ਵਿਧੀ ਚੰਦ ਟਿਕੈ ਤਤਕਾਲਾ। ਹੁਣ ਉੱਧਰੋਂ ਬਾਬਾ ਵਿਧੀ ਚੰਦ ਜੀ ਕੀ ਦੇਖ ਰਹੇ ਹਨ ਕਿ ਬਾਬਾ ਗੁਰਦਿੱਤਾ ਜੀ ਨੇ ਅਸਮਾਨ ਖਾਨ ਨੂੰ ਤਾਂ ਖਤਮ ਕਰ ਦਿੱਤਾ ਹੈ, ਪਰ ਬਾਬਾ ਗੁਰਦਿੱਤਾ ਜੀ ਕੋਲ ਜਾ ਕਰਕੇ ਤੇ ਹੁਣ ਸੁਚੇਤ ਨਹੀਂ ਹਨ, ਦੁਸ਼ਮਣਾਂ ਵਾਲੇ ਪਾਸੇ ਬਹੁਤਾ ਧਿਆਨ ਨਹੀਂ ਤੇ ਅਸਮਾਨ ਖਾਨ ਦੇ ਸਰੀਰ ਵੱਲ ਨੂੰ ਦੇਖ ਰਹੇ ਹਨ ਤੇ ਕਦੋਂ ਵੀ ਤੀਰ ਦਾ ਵਾਰ ਆ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਪਾਰ ਕਰ ਸਕਦਾ ਹੈ। ਇਸ ਕਰਕੇ ਬਾਬਾ ਵਿਧੀ ਚੰਦ ਜੀ ਨੇ ਤੱਕਿਆ ਹੈ। ਵਿਧੀ ਚੰਦ ਪਿੱਖ ਕੈ ਤਤਕਾਲ, ਉਸ ਵੇਲੇ ਝਾਟੀ ਬਾਬਾ ਵਿਧੀ ਚੰਦ ਜੀ ਨੇ ਦੇਖਿਆ ਹੈ ਗੁਰੂ ਸਪੁੱਤਰ ਬਾਬਾ ਗੁਰਦਿੱਤਾ ਜੀ ਜੰਗ ਦੇ ਮੈਦਾਨ ਦੇ ਵਿੱਚ ਖੜ ਗਏ ਹਨ ਤੇ ਕਾਲੀ ਦੇ ਨਾਲ ਘੋੜੇ ਨੂੰ ਪ੍ਰੇਰ ਕਰਕੇ ਬਾਬਾ ਵਿਧੀ ਚੰਦ ਜੀ ਬਾਬਾ ਗੁਰਦਿੱਤਾ ਜੀ ਦੇ ਕੋਲ ਗਏ ਹਨ। ਕਹਿਣ ਲੱਗੇ, ਹੇ ਬਾਬਾ ਗੁਰਦਿੱਤਾ ਜੀ, ਹੇ ਗੁਰੂ ਸਪੁੱਤਰ, ਤੁਰਕ ਜਿਹੜੇ ਹਨ ਪਿੱਛੇ ਬਹੁਤ ਵੱਡਾ ਦਲ ਹੈ ਕਾਲੇ ਖਾਨ ਦਾ ਤੇ ਸਾਹਮਣੇ ਖੜੇ ਹਨ। ਤੁਰਕ ਤੀਰ ਤੁਮ ਠਾਂਡੇ ਕਹਾ, ਹੇ ਬਾਬਾ ਗੁਰਦਿੱਤਾ ਜੀ, ਤੁਸੀਂ ਸ਼ਾਂਤ ਹੋ ਕਰਕੇ ਖੜ ਕਿਉਂ ਗਏ ਹੋ? ਦੇਖੋ ਲਸ਼ਕਰ ਉਮੜਿਓ ਮਹਾ। ਆਓ ਸਾਹਮਣੇ ਦੇਖੋ ਕਿੱਡਾ ਵੱਡਾ ਜਿਹੜਾ ਲਸ਼ਕਰ ਹੈ ਉਹ ਪੈਂਦੇ ਖਾਂ ਤੇ ਅਸਮਾਨ ਖਾਂ ਦੇ ਮਰਨ ਕਰਕੇ ਅਗਾਂਹ ਨੂੰ ਆ ਰਿਹਾ ਹੈ। ਕਹਿਣ ਲੱਗੇ ਕਿ ਵੱਡਾ ਲਸ਼ਕਰ ਅੱਗੇ ਵਧਣ ਲੱਗਿਆ ਹੈ ਤੇ ਅਗਾਂਹ ਵੀ ਸਾਨੂੰ ਤਗੜਾ ਯੁੱਧ ਕਰਨਾ ਪੈਣਾ ਹੈ। ਇਸ ਕਰਕੇ ਹੇ ਬਾਬਾ ਗੁਰਦਿੱਤਾ ਜੀ, ਅਸਮਾਨ ਖਾਨ ਨੂੰ ਛੱਡੋ ਤੇ ਆਪਾਂ ਫਿਰ ਤਿਆਰ ਬਰ ਤਿਆਰ ਹੋ ਜਾਈਏ। ਤੇ ਹੁਣ ਬਾਬਾ ਗੁਰਦਿੱਤਾ ਜੀ ਨੇ ਇਹ ਵੀ ਕਿਹਾ, ਹੁਣ ਬਾਬਾ ਵਿਧੀ ਚੰਦ ਜੀ ਨੇ ਇਹ ਵੀ ਕਿਹਾ ਹੈ। ਕਹਿਣ ਲੱਗੇ ਕਿ ਹੇ ਬਾਬਾ ਗੁਰਦਿੱਤਾ ਜੀ, ਜਾਂ ਫਿਰ ਜੰਗ ਦੇ ਮੈਦਾਨ ਦੇ ਵਿੱਚ ਜਾਣ ਵਾਸਤੇ ਸੁਚੇਤ ਹੋ ਜਾਓ ਤੇ ਜਾਂ ਫਿਰ ਤੁਸੀਂ ਪਿੱਛੇ ਮਹਿਲਾਂ ਦੇ ਵਿੱਚ ਘਰ ਦੇ ਵਿੱਚ ਚਲੇ ਜਾਓ। ਜੰਗ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਖੜਨਾ ਠੀਕ ਨਹੀਂ ਹੈ। ਹੁਣ ਬਾਬਾ ਗੁਰਦਿੱਤਾ ਜੀ ਕੁਝ ਕੁ ਸਮੇਂ ਵਾਸਤੇ ਥੋੜਾ ਜਿਹਾ ਪਿੱਛੇ ਹਟੇ ਹਨ ਤੇ ਇੱਧਰ ਜਬ ਦੋਨੋਂ ਖਾਂ ਸਸੁਰ ਜਵਾਈ, ਜਦੋਂ ਦੋ ਖਾਂ ਕਹਿਣ ਤੋਂ ਭਾਵ ਪੈਂਦੇ ਖਾਂ ਸਸੁਰ ਤੇ ਜਵਾਈ ਅਸਮਾਨ ਖਾਂ, ਜਦੋਂ ਦੋਨੋਂ ਧਰਤੀ ਤੇ ਡਿੱਗ ਗਏ ਸਨ ਤੇ ਸਾਰੀ ਜਿਹੜੀ ਸੈਨਾ ਹੈ ਸੰਗਰ ਘਣੇ ਘੋਰ ਮਹਿਕਾਈ, ਤਗੜੇ ਵਾਰ ਖਾ ਕਰਕੇ ਇਹ ਦੋਨੋਂ ਯੋਧੇ ਧਰਤੀ ਤੇ ਡਿੱਗੇ ਹਨ ਤੇ ਪਰ ਸੈਨਾ ਜਿਹੜੀ ਹੈ ਉਹ ਬੜੀ ਗੁੱਸੇ ਦੇ ਵਿੱਚ ਇੱਕਦਮ ਇਹਨਾਂ ਦੇ ਸਾਥੀ ਆ ਗਏ ਹਨ। ਕੁਤਬ ਖਾਨ ਹਰ ਕਾਲੇ ਖਾਨ ਤੇ ਕੁਤਬ ਖਾਨ ਤੇ ਕਾਲੇ ਖਾਨ, ਇਸ ਵੇਲੇ 5 ਵੱਡੇ ਜਰਨੈਲ ਲਾਹੌਰ ਤੋਂ ਬਾਦਸ਼ਾਹ ਦੀ ਸੈਨਾ ਵਾਲੇ ਪਾਸਿਓਂ ਬਾਦਸ਼ਾਹ ਨੇ ਆਪਣੇ ਹੱਥੀਂ ਤੋਰੇ ਸਨ, ਜਿਨ੍ਹਾਂ ਦੇ ਵਿੱਚ ਅਨਵਰ ਖਾਂ, ਜਿਹਦੇ ਵਿੱਚ ਪੈਂਦੇ ਖਾਂ, ਅਸਮਾਨ ਖਾਂ, ਜਿਹੜੇ ਇਹ 3 ਮਾਰੇ ਗਏ ਹਨ। ਇਹਨਾਂ ਦੇ ਨਾਲ 2 ਹੋਰ ਵੱਡੇ ਜਰਨੈਲ ਕਾਲੇ ਖਾਂ ਤੇ ਕੁਤਬ ਖਾਂ ਸੀਗੇ। ਕਾਲੇ ਖਾਂ ਜਿਹੜਾ ਇਹ ਪਿਸ਼ੌਰ ਦਾ ਨਵਾਬ ਹੈ ਤੇ ਇਸੇ ਤਰ੍ਹਾਂ ਕੁਤਬ ਖਾਂ ਜਿਹੜਾ ਹੈ ਇਹ ਜਲੰਧਰ ਦਾ ਨਵਾਬ ਹੈ, ਸੂਬੇਦਾਰ ਹੈ। ਇਹ ਦੋਨੋਂ ਸੂਬੇਦਾਰ ਬਚ ਗਏ। ਇੱਕ ਫੌਜ ਦਾ ਮੁਖੀ ਹੈ ਜਿਹੜਾ ਫੌਜ ਲੈ ਕਰਕੇ ਕਾਲੇ ਖਾਂ ਆਇਆ ਹੈ, ਇੱਕ ਜਲੰਧਰ ਦਾ ਨਵਾਬ ਹੈ। ਬਾਕੀ 3 ਜਰਨੈਲ ਜੰਗ ਦੇ ਮੈਦਾਨ ਦੇ ਵਿੱਚ ਖਤਮ ਹੋ ਗਏ ਹਨ, ਮਾਰੇ ਗਏ ਹਨ। ਕੁਤਬ ਖਾਂ ਔਰ ਕਾਲੇ ਖਾਂ, ਕੁਤਬ ਖਾਂ ਤੇ ਕਾਲੇ ਖਾਂ ਹੁਣ ਸਾਹਮਣੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਵਾਲੇ ਪਾਸੇ ਔਰ ਮਰੇ ਹੋਏ ਆਪਣੇ ਸਾਥੀਆਂ ਵਾਲੇ ਪਾਸੇ ਦੇਖ ਰਹੇ ਸਨ। ਤੇ ਜਿਉਂ ਹੀ ਇਹ ਦੋਨੋਂ ਜਰਨੈਲ ਜੰਗ ਦੇ ਵਿੱਚ ਅੱਧੀ ਫੌਜ ਤੋਂ ਵੱਧ ਫੌਜ ਕਦੋਂ ਦੀ ਮਾਰੀ ਗਈ ਹੈ ਤੇ ਅੱਧੇ ਜਰਨੈਲਾਂ ਤੋਂ ਵੱਧ ਜਰਨੈਲ ਵੀ ਮਾਰੇ ਗਏ ਹਨ। 5 ਜਰਨੈਲਾਂ ਦੇ ਵਿੱਚੋਂ 3 ਜਰਨੈਲ ਤੇ ਹੋਰ ਕੁਝ ਛੋਟੇ ਜਿਹੜੇ ਮੁਖੀ ਸਨ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਡਿੱਗ ਗਏ ਹਨ। ਕਹਿਣ ਲੱਗੇ ਕਿ ਹੁਣ
ਕਾਲੇ ਖਾਂ ਔਰ ਕੁਤਬ ਖਾਂ ਸਾਰਾ ਜੰਗ ਦਾ ਨਜ਼ਾਰਾ ਦੇਖ ਕਰਕੇ ਕੀ ਸੋਚਦੇ ਹਨ? ਤਿਆਗੀ ਆਸਾ ਆਨ, ਇਹਨਾਂ ਨੇ ਆਸ ਸੀਗੀ ਛੱਡ ਦਿੱਤੀ ਹੈ ਕਿ ਹੁਣ ਏਡੀ ਵੱਡੀ ਸੈਨਾ ਦਾ ਅੰਤ ਹੋ ਗਿਆ ਹੈ ਤੇ ਵੱਡੇ ਜਰਨੈਲ ਜਿਨ੍ਹਾਂ ਨੂੰ ਅਸੀਂ ਪੈਂਦੇ ਖਾਂ ਵਰਗਿਆਂ ਨੂੰ ਅੱਗੇ ਲਾ ਕਰਕੇ ਤੁਰੇ ਸੀਗੇ ਉਹ ਵੀ ਮਾਰਿਆ ਗਿਆ ਹੈ। ਹੁਣ ਇਹਨਾਂ ਨੂੰ ਦਿਸਿਆ ਹੈ ਕਿ ਸਾਡੀ ਜਿੱਤ ਹੋਣੀ ਬਹੁਤ ਮੁਸ਼ਕਲ ਹੈ। ਲਸ਼ਕਰ ਜਿਸਕੇ ਸੰਗ ਚੜਾਇਓ, ਤੇ ਜਿਹਦੇ ਨਾਲ, ਜਿਹਦੇ ਕਰਕੇ ਤੇ ਜਿਹਦੇ ਤੇ ਵਿਸ਼ਵਾਸ ਕਰਕੇ ਪੈਂਦੇ ਖਾਨ ਦੇ ਉੱਪਰ ਬਹੁਤ ਵੱਡਾ ਲਸ਼ਕਰ ਚਾੜਿਆ ਸੀਗਾ, ਹੁਕਮ ਸ਼ਾਕਰ ਹਮੇ ਪਠਾਇਓ, ਤੇ ਜਿਹਦੇ ਨਾਲ ਬਾਦਸ਼ਾਹ ਨੇ ਹੁਕਮ ਕਰਕੇ ਸਾਨੂੰ ਭੇਜਿਆ ਸੀਗਾ, ਸੋ ਬਾਜੀ ਸਭ ਹੋਈ ਨਾਸ਼, ਉਹ ਤਾਂ ਸਾਰੀ ਬਾਜੀ ਨਾਸ਼ ਹੋ ਗਈ ਹੈ। 3 ਜਰਨੈਲ ਅਗਲੇ ਮਾਰੇ ਗਏ ਹਨ, ਪੈਂਦੇ ਖਾਂ, ਉਸਮਾਨ ਖਾਂ, ਅਨਵਰ ਖਾਂ। 3 ਵੱਡੇ ਜਰਨੈਲ ਤੇ ਵੱਡੀ ਫੌਜ ਸਾਡੀ ਖਤਮ ਹੋਈ ਹੈ। ਗੁਰ ਪਕੜਨ ਕੋ ਛੁਟਿਓ ਸਾਸ, ਤੇ ਹੁਣ 6ਵੇਂ ਪਾਤਸ਼ਾਹ ਜੀ ਨੂੰ ਤਾਂ ਅਸੀਂ ਪਕੜ ਲੈਣਾ ਹੈ। ਇਹ ਜਿਸ ਤਰ੍ਹਾਂ ਵਾਰ-ਵਾਰ ਕਹਿ ਰਹੇ ਸੀ ਨਾ, ਉਹ ਕੰਮ ਇਹਨਾਂ ਨੇ ਸੋਚਿਆ ਕਿ ਹੁਣ ਕਦੇ ਨਹੀਂ ਹੋ ਸਕਦਾ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜਨ ਦੀ ਇਹਨਾਂ ਦੇ ਅੰਦਰ ਜਿਹੜੀ ਲਾਲਸਾ ਸੀਗੀ ਜਾਂ ਵਿਸ਼ਵਾਸ ਸੀਗਾ ਉਹ ਖਤਮ ਹੋ ਗਿਆ ਹੈ। ਕਾਲੇ ਖਾਨ ਬਕਾਨਤ ਖਰੋ, ਹੁਣ ਕਾਲੇ ਖਾਂ ਜੰਗ ਦੇ ਮੈਦਾਨ ਦੇ ਵਿੱਚ ਪਿੱਛੇ ਫੌਜ ਇੱਕ ਵਾਰੀ ਖੜੀ ਹੈ, ਸਤਿਗੁਰਾਂ ਦੀ ਸੈਨਾ ਵੀ ਖੜੀ ਹੈ। ਕਾਲੇ ਖਾਂ ਬਖਾਨਤ ਖਰੋ, ਖੜਾ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਕਹਿੰਦਾ ਹੈ, ਕਹੋ ਕੁਤਬ ਖਾਂ ਅਬ ਕਿਆ ਕਰਾਂ, ਹੇ ਕੁਤਬ ਖਾਂ, ਜਿਹੜਾ ਜਲੰਧਰ ਦਾ ਨਵਾਬ ਸੀਗਾ, ਸੂਬੇਦਾਰ ਸੀਗਾ, ਹੇ ਕੁਤਬ ਖਾਂ ਕੀ ਕਰਨਾ ਚਾਹੀਦਾ ਹੈ? ਹੁਣ ਅਗਲੀ ਰਣਨੀਤੀ ਸਾਡੀ ਕੀ ਹੈ? ਪੈਂਦੇ ਖਾਨ ਜੰਗ ਮਰਵਾਏ, ਤੇ ਪੈਂਦੇ ਖਾਨ ਜਿਹੜਾ ਸਾਡਾ ਵੱਡਾ ਜਰਨੈਲ ਸੀਗਾ, ਜਿਹਦੇ ਆਸਰੇ ਤੇ ਅਸੀਂ ਕਹਿ ਰਹੇ ਸੀਗੇ ਕਿ 6ਵੇਂ ਪਾਤਸ਼ਾਹ ਜੀ ਨੂੰ ਪਕੜ ਲਿਆਵਾਂਗੇ, ਉਹ ਤਾਂ ਜਰਨੈਲ ਸਾਡਾ ਖਤਮ ਹੋ ਗਿਆ ਹੈ। ਗੁਰੂ ਮਵਾਸ ਰਹਿ ਇਸ ਥਾਏ, ਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਇੱਥੇ ਰਹਿਣਗੇ ਤੇ 6ਵੇਂ ਪਾਤਸ਼ਾਹ ਜੀ ਨੂੰ ਪਕੜਨਾ ਹੁਣ ਮੁਸ਼ਕਲ ਹੋ ਗਿਆ ਹੈ। ਹਟ ਕਰ ਲਓ ਪਰ ਹੋਰ ਸਿਧਾਰੈ, ਤੇ ਹੇ ਕਾਲੇ, ਹੇ ਕੁਤਬ ਖਾਂ, ਜਾਂ ਤਾਂ ਆਪਾਂ ਹੁਣ ਪਿੱਛੇ ਹਟ ਕੇ ਤੇ ਲਾਹੌਰ ਵਾਲੇ ਪਾਸੇ ਵਾਪਸ ਚਲੇ ਜਾਈਏ, ਕਿਮ ਹਜਰਤ ਕੋ ਬਦਨ ਦਿਖਾਰੈ, ਪਰ ਜੇ ਪਿੱਛੇ ਹੋ ਕਰਕੇ ਲਾਹੌਰ ਜਾਂਦੇ ਹਾਂ ਤੇ ਬਾਦਸ਼ਾਹ ਨੂੰ ਜਾ ਕਰਕੇ ਕੀ ਮੂੰਹ ਦਿਖਾਵਾਂਗੇ? ਕਿਮ ਹਜਰਤ ਕੋ ਬਦਨ ਦਿਖਾਵੈ, ਕੀ ਉੱਥੇ ਜਾ ਕਰਕੇ ਮੂੰਹ ਦਿਖਾਵਾਂਗੇ, ਕੀ ਕਵਾਂਗੇ? ਹੁਣ ਕਾਲੇ ਖਾਂ ਇੱਕੋ ਇੱਕ ਬਚੇ ਹੋਏ ਜਰਨੈਲ ਕੁਤਬ ਖਾਨ ਦੇ ਨਾਲ ਇਹ ਸਲਾਹ ਕਰ ਰਿਹਾ ਹੈ। ਗੁਰ ਕੋ ਗਏ ਮਾਰੇ ਜੰਗ, ਤੇ ਅਸੀਂ ਕਹਿ ਕੇ ਤੁਰੇ ਸੀਗੇ ਬਾਦਸ਼ਾਹ ਨੂੰ ਕਿ ਹੇ ਬਾਦਸ਼ਾਹ, ਜਾਂ ਤਾਂ 6ਵੇਂ ਪਾਤਸ਼ਾਹ ਜੀ ਨੂੰ ਅਸੀਂ ਪਕੜ ਲਵਾਂਗੇ, ਇੱਥੇ ਤੁਹਾਡੇ ਸਾਹਮਣੇ ਲਿਆ ਕਰਕੇ ਪੇਸ਼ ਕਰਾਂਗੇ, ਏਡੀ ਵੱਡੀ ਸੈਨਾ ਲੈ ਕਰਕੇ ਚੱਲੇ ਹਾਂ, ਤੇ ਜਾਂ ਜੇ ਪਕੜੇ ਨਾ ਗਏ ਤੇ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰਨ ਦਾ ਅਸੀਂ ਵਾਅਦਾ ਕੀਤਾ ਸੀਗਾ। ਕਿਮ ਕਹਿ ਚੜੇ ਸ਼ਾਹ ਕੇ ਸੰਗ, ਤੇ ਇਸ ਤਰ੍ਹਾਂ ਦਾ ਬਾਦਸ਼ਾਹ ਨੂੰ ਵਾਅਦਾ ਕਰਕੇ ਹੇ ਕੁਤਬ ਖਾਂ, ਅਸੀਂ ਜੰਗ ਦੇ ਮੈਦਾਨ ਦੇ ਵਿੱਚ ਲਾਹੌਰ ਤੋਂ ਚੜ੍ਹ ਕੇ ਆਏ ਹਾਂ। ਦੋਨੋਂ ਮੈਂ ਇੱਕ ਵੀ ਨਹੀਂ ਬਣੀ, ਤੇ ਦੋਨਾਂ ਗੱਲਾਂ ਦੇ ਵਿੱਚੋਂ ਇੱਕ ਵੀ ਨਹੀਂ ਬਣੀ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਾਂ ਪਕੜ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਨ ਦੀ ਗੱਲ ਤਾਂ ਬੜੀ ਦੂਰ ਦੀ ਰਹੀ। ਅਸੀਂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ, ਕੋਈ ਸਾਡੇ ਤੋਂ ਨੁਕਸਾਨ ਨਹੀਂ ਹੋਇਆ, ਕੋਈ ਸਾਡੀ ਵਿਉਂਤਬੰਦੀ ਚੱਲੀ ਨਹੀਂ ਹੈ। ਹਸੈ ਕਚਹਿਰੀ ਹਮ ਕੋ ਕਨੀ, ਤੇ ਜੇ ਖਾਲੀ ਹੱਥ ਅਸੀਂ ਕਚਹਿਰੀ ਬਾਦਸ਼ਾਹ ਦੇ ਸਾਹਮਣੇ ਜਾਵਾਂਗੇ ਤੇ ਮਰਾਵ ਸਾਰੇ ਸੈਨਾਪਤੀ, ਸਾਰੇ ਸੂਬੇਦਾਰ ਜਿਹੜੇ ਸਾਡੀ ਹੋਣਗੇ, ਹੱਸੇ ਕਚਹਿਰੀ ਹਮ ਕੋ ਘਣੀ, ਸਾਰੀ ਕਚਹਿਰੀ ਬਾਦਸ਼ਾਹ ਦੀ ਸਾਡੇ ਉੱਪਰ ਹੱਸੇਗੀ। ਲਾਖੋਂ ਧਨ ਕੇ ਦੈ ਸਿਰ ਪਾਓ, ਔਰ ਬਾਦਸ਼ਾਹ ਨੇ ਸਾਨੂੰ ਤੁਰਨ ਲੱਗਿਆਂ ਇਸ ਕਰਕੇ ਵੱਡੇ ਵੱਡੇ ਸਨਮਾਨ ਲੱਖਾਂ ਰੁਪਈਆਂ ਦੇ ਦਿੱਤੇ ਸਨ ਕਿ 6ਵੇਂ ਪਾਤਸ਼ਾਹ ਜੀ ਨੂੰ ਪਹਿਲਾਂ 3 ਵਾਰੀ ਗਈ ਹੋਈ ਜਿਹੜੀ ਸੈਨਾ ਉਹ ਖਤਮ ਨਹੀਂ ਕਰ ਸਕੀ।
ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਨੂੰ ਖਤਮ ਕਰਨਾ ਹੈ। ਇਸ ਕਰਕੇ ਲੱਖਾਂ ਦੇ ਸਾਨੂੰ ਬਾਦਸ਼ਾਹ ਨੇ ਇਨਾਮ ਸਿਰਪਾਓ ਦੇ ਕਰਕੇ ਤੋਰਿਆ ਹੈ। ਵਡਿਆਈ ਦੇਖਤ ਉਮਰਾਓ, ਔਰ ਸਾਡੀ ਬਹੁਤ ਵੱਡੀ ਅਜੇ ਤੱਕ ਵਡਿਆਈ ਰਹੀ ਹੈ ਅਤੇ ਬਾਦਸ਼ਾਹ ਦੀ ਸੈਨਾ ਦੇ ਵਿੱਚ ਸਾਡਾ ਤਗੜਾ ਸਨਮਾਨ ਹੈ ਬਹਾਦਰੀ ਦਾ। ਇਸ ਕਰਕੇ ਕੁਤਬ ਖਾਨ ਦੇ ਨਾਲ ਕਾਲੇ ਖਾਂ ਇਸ ਤਰ੍ਹਾਂ ਸਲਾਹ ਕਰ ਰਿਹਾ ਹੈ, ਕਹਾਂ ਉਪਾਏ ਕਰੈ ਕਹਿ ਦੇਹੂ। ਤੇ ਹੁਣ ਕੀ ਉਪਾਅ ਕਰੀਏ, ਕੀ ਢੰਗ ਹੈ, ਅਗਲੀ ਕੀ ਰਣਨੀਤੀ ਹੈ। ਹੇ ਕੁਤਬ ਖਾਂ ਕੁਛ ਦੱਸ। ਲਾਪਰ ਮਰਨ ਮੂੜ ਭਰ ਲੇਹੂ, ਔਰ ਜਾਂ ਤਾਂ ਫਿਰ ਇੱਕੋ ਇੱਕ ਸਾਡੇ ਕੋਲ ਰਸਤਾ ਹੈ। ਇੱਕ ਤਾਂ ਇਹ ਹੈ ਕਿ ਬਾਦਸ਼ਾਹ ਦੇ ਕੋਲ ਚੱਲੀਏ, ਪਰ ਖਾਲੀ ਹੱਥ ਜਾ ਕਰਕੇ ਕੀ ਮੂੰਹ ਦਿਖਾਵਾਂਗੇ। ਅਤੇ ਦੂਜਾ ਫਿਰ ਰਸਤਾ ਇਹੀ ਬਚਦਾ ਹੈ, ਨਾਤਰ ਮਰਨ ਮੂਡ ਭਰ ਲੇਹੂ, ਜਾਂ ਫਿਰ ਮਰਨ ਵਾਸਤੇ ਆਪਣਾ ਜਿਹੜਾ ਮੂਡ ਬਣਾ ਲਈਏ। ਜੰਗ ਦੇ ਮੈਦਾਨ ਦੇ ਵਿੱਚ ਅੰਤ ਤਾਂ ਸਾਡਾ ਹੋਣਾ ਹੀ ਹੈ, ਛੇਵੇਂ ਪਾਤਸ਼ਾਹ ਜੀ ਦੇ ਨਾਲ ਜਾ ਕਰਕੇ ਲੜਾਂਗੇ। ਪਰ ਜੋ ਪੈਂਦੇ ਖਾਨ ਦਾ ਅਤੇ ਅਸਮਾਨ ਖਾਨ ਦਾ, ਅਨਵਰ ਖਾਨ ਦਾ ਹਾਲ ਹੋਇਆ, ਹਾਲ ਤਾਂ ਉਹੀ ਹੋਣਾ ਹੈ। ਜਾਂ ਤਾਂ ਫਿਰ ਉੱਧਰ ਜਾਵਾਂਗੇ ਅਤੇ ਜਾਂ ਜੰਗ ਦੇ ਮੈਦਾਨ ਦੇ ਵਿੱਚ ਅਖੀਰਲੇ ਸਵਾਸ ਤੱਕ ਛੇਵੇਂ ਪਾਤਸ਼ਾਹ ਜੀ ਦਾ ਮੁਕਾਬਲਾ ਕਰਦੇ ਹਾਂ। ਲਸ਼ਕਰ ਲਰਤ ਗਇਓ ਮਾਰ ਕਨੋ, ਅਤੇ ਸਾਡਾ ਬਹੁਤ ਵੱਡਾ ਲਸ਼ਕਰ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਹੋਇਆ ਮਾਰਿਆ ਗਿਆ ਹੈ। ਤਬ ਨੂੰ ਜਨਨੀ ਜਨੇ ਨਾ ਮਨੋ, ਅਤੇ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਵੱਡਾ ਲਸ਼ਕਰ ਅਤੇ ਸੈਨਾਪਤੀ ਸਾਡੇ ਮਰੇ ਹਨ, ਉਹ ਵੀ ਤਾਂ ਕਿਸੇ ਜਨਨੀ ਦੇ ਜਾਏ ਹਨ, ਉਹਨਾਂ ਨੂੰ ਵੀ ਤਾਂ ਕਿਸੇ ਮਾਂ ਨੇ ਜੰਮਿਆ ਹੈ। ਇਸ ਕਰਕੇ ਜੇ ਉਹ ਮਰ ਗਏ ਹਨ ਤਾਂ ਫਿਰ ਸਾਡੀ ਕੀ ਗੱਲ ਹੈ। ਬੇਇੱਜ਼ਤੀ ਕਰਾਉਣ ਦੇ ਨਾਲੋਂ ਸਾਰੀ ਸਭਾ ਜਿਹੜੀ ਹੈ ਉਹਦੇ ਤੋਂ ਮਖੌਲ ਕਰਾਉਣ ਦੇ ਨਾਲੋਂ ਚੰਗਾ ਹੈ ਜੰਗ ਦੇ ਮੈਦਾਨ ਦੇ ਵਿੱਚ ਮਰ ਜਾਣਾ। ਜਿਸ ਤਰ੍ਹਾਂ ਪਹਿਲਾਂ ਅਨੇਕਾਂ ਮਾਵਾਂ ਦੇ ਪੁੱਤਰ ਮਰੇ ਹਨ, ਅਤੇ ਸਾਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਮੌਤ ਦਾ ਭੈ ਲਾ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਕੁਤਬ ਖਾਨ ਸੁਨ ਕੀਨ ਬਖਾਨ, ਤੇ ਕੁਤਬ ਖਾਨ ਨੇ ਹੁਣ ਕਾਲੇ ਖਾਨ ਦੀ ਇਹ ਗੱਲ ਬੜੇ ਧਿਆਨ ਦੇ ਨਾਲ ਸੁਣੀ ਹੈ। ਲੇਹ ਵਿਚਾਰ ਆਪ ਬੁੱਧੀਵਾਨ, ਕਹਿਣ ਲੱਗਾ, ਹੇ ਕਾਲੇ ਖਾਨ, ਤੂੰ ਫੌਜ ਦਾ ਮੁਖੀ ਹੈ, ਤੈਨੂੰ ਬਾਦਸ਼ਾਹ ਨੇ ਮੁਖੀ ਥਾਪਿਆ ਹੈ। ਅਸੀਂ ਤਾਂ ਤੁਹਾਡੇ ਹੁਕਮ ਦੇ ਵਿੱਚ ਆ। ਲੇਹੋ ਵਿਚਾਰ ਆਪ ਬੁੱਧਵਾਨ, ਤੁਸੀਂ ਬੁੱਧੀਵਾਨ ਹੋ, ਸਿਆਣੇ ਹੋ, ਜਿਸ ਤਰ੍ਹਾਂ ਠੀਕ ਲੱਗਦਾ ਹੈ ਉਸੇ ਤਰ੍ਹਾਂ ਕਰੋ ਜੀ। ਕਹੋ ਗੁਰੂ ਕੈ ਲੀਜੈ ਮਾਰ, ਤੇ ਇੱਕ ਤਗੜਾ ਪ੍ਰਹਾਰ ਕਰੀਏ ਰਲ ਕੇ, ਤੇ ਜਾਂ ਛੇਵੇਂ ਪਾਤਸ਼ਾਹ ਜੀ ਨੂੰ ਪਕੜ ਲਈਏ। ਜੇ ਪਕੜੇ ਜਾਣ, ਤਗੜਾ ਹਮਲਾ ਕਰੀਏ ਸਾਰੇ ਰਲ ਕੇ। ਗਹੋ ਗੁਰੂ ਕੈ ਲੀਜੈ ਮਾਰ, ਜਾਂ ਤਾਂ ਜੰਗ ਦੇ ਮੈਦਾਨ ਦੇ ਵਿੱਚ ਪਾਤਸ਼ਾਹ ਜੀ ਪਕੜੇ ਜਾਣਗੇ, ਅਤੇ ਜਾਂ ਸਤਿਗੁਰਾਂ ਨੂੰ ਆਪਾਂ ਦਾ ਪੇਚ ਲਾ ਕਰਕੇ ਖਤਮ ਕਰ ਦੇਵਾਂਗੇ। ਇਸ ਬਿਨ ਮਸਲਤ ਅਪਰਨਾ ਸਾਰ, ਔਰ ਇਹ ਦੋ ਰਸਤੇ ਹਨ, ਇੱਕ ਤਾਂ ਜੰਗ ਦਾ ਮੈਦਾਨ ਛੱਡ ਦੇਣਾ ਅਤੇ ਇੱਕ ਮਰਦਾਂ ਦੇ ਵਾਂਗ ਸਾਹਮਣੇ ਲੜਨਾ। ਇਹ ਦੋ ਰਸਤੇ ਹਨ, ਇਸ ਤੋਂ ਬਿਨਾਂ ਹੋਰ ਤਾਂ ਕੋਈ ਰਸਤਾ ਨਹੀਂ ਹੈ। ਜੇ ਤੀਜੇ ਰਸਤੇ 'ਤੇ ਚੱਲਦੇ ਵੀ ਹਨ, ਕਹਿਣ ਤੋਂ ਭਾਵ ਕਿ ਨਾ ਜੰਗ ਦੇ ਮੈਦਾਨ ਦੇ ਵਿੱਚ ਵੱਧਦੇ ਹਨ, ਨਾ ਬਾਦਸ਼ਾਹ ਦੇ ਕੋਲ ਜਾਂਦੇ ਹਨ। ਜੇ ਕਿਸੇ ਹੋਰ ਪਾਸੇ ਜਾਣਗੇ ਤਾਂ ਬਾਦਸ਼ਾਹ ਨਹੀਂ ਬਖਸ਼ੇਗਾ, ਉਹ ਖਤਮ ਕਰ ਦੇਗਾ, ਉਹ ਮਾਰ ਦੇਗਾ। ਇਸ ਕਰਕੇ ਹੋਰ ਕੋਈ ਰਸਤਾ ਨਹੀਂ ਹੈ। ਇਸ ਬਿਨ ਮਸਲਤ ਅਪਰ ਨਾ ਸਾਰ, ਇਸ ਤੋਂ ਬਿਨਾਂ ਹੋਰ ਕੋਈ ਵੀ ਰਸਤਾ ਸਾਡੇ ਪਾਸ ਨਹੀਂ ਹੈ। ਲੜਵੇ ਬਿਨਾ ਉਪਾਇ ਨਾ ਔਰ, ਹੁਣ ਤਾਂ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਹੀ ਪਏਗਾ। ਮਾਰੋ ਕੇ ਮਰੀਏ ਸਠੌਰ, ਜਾਂ ਤਾਂ ਮਾਰ ਲਈਏ ਸਤਿਗੁਰਾਂ ਦੀ ਸੈਨਾ ਨੂੰ ਅਤੇ ਪਾਤਸ਼ਾਹ ਜੀ ਨੂੰ, ਅਤੇ ਜਾਂ ਹੇ ਕਾਲੇ ਖਾਂ ਆਪ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਮਾਰੇ ਜਾਈਏ। ਸਭ ਲਸ਼ਕਰ ਕੋ ਕਰ ਇਕ ਥਾਏ, ਅਤੇ ਸਾਰਾ ਲਸ਼ਕਰ ਹੁਣ ਸਾਨੂੰ ਇੱਕ ਜਗ੍ਹਾ 'ਤੇ ਇਕੱਠਾ ਕਰਨਾ ਚਾਹੀਦਾ ਹੈ। ਮੁਖ ਚਲੈ ਦੁੰਦਬ ਬਜਾਏ, ਔਰ ਸਾਹਮਣੇ ਫਿਰ ਵੱਡੇ ਨਗਾਰੇ ਲਾ ਕਰਕੇ, ਸੈਨਾ ਦੇ ਵਿੱਚ ਜੋਸ਼ ਭਰ ਕਰਕੇ, ਅਤੇ ਸਾਰੀ ਸੈਨਾ ਸ਼ਸਤਰ ਇਕੱਠੇ ਕਰਕੇ, ਅਤੇ ਇੱਕ ਤਗੜਾ ਜਿਹੜਾ ਹਮਲਾ ਹੈ, ਫੈਸਲਾ ਕੁਨ ਜਿਹੜਾ ਯੁੱਧ ਹੈ, ਉਹ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰੀਏ। ਕਾਲੇ ਖਾਂ ਅਤੇ ਕੁਤਬ ਖਾਂ ਜਿਹੜੇ ਦੋ ਜਰਨੈਲ ਬੱਚੇ ਹਨ, ਆਪਸ ਦੇ ਵਿੱਚ ਇਹਨਾਂ ਨੇ ਹੁਣ ਇਹ ਸਲਾਹ ਕੀਤੀ ਹੈ, ਪਿੱਛੇ ਮੁੜਨਾ ਠੀਕ ਨਹੀਂ ਹੈ। ਬਚੀ ਹੋਈ ਜਿਹੜੀ ਸੈਨਾ ਹੈ ਉਹਨਾਂ ਨੂੰ ਇਕੱਠਿਆਂ ਕਰਕੇ ਅਤੇ ਇੱਕ ਅਖੀਰਲਾ ਜਿਹੜਾ ਹਮਲਾ ਹੈ
ਜਿਹਦੇ ਵਿੱਚ ਜਾਂ ਤਾਂ ਮਰਾਂਗੇ ਤੇ ਜਾਂ ਫਿਰ ਜੇ ਦਾਅ ਪੈ ਗਿਆ ਤੇ ਗੁਰੂ ਕੇ ਜਰਨੈਲਾਂ ਨੂੰ ਖਤਮ ਕਰਾਂਗੇ ਤੇ ਸਾਡੀ ਜਿੱਤ ਹੋਏਗੀ। ਇਹ ਕਰਨ ਵਾਸਤੇ ਜਿਸ ਤਰ੍ਹਾਂ ਸੈਨਾ ਅੱਗੇ ਵੱਧਦੀ ਹੈ ਤੇ ਸਤਿਗੁਰੂ ਜੀ ਕਿਵੇਂ ਫਿਰ ਇਹਨਾਂ ਦਾ ਮੁਕਾਬਲਾ ਕਰਦੇ ਹਨ, ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ ਜੀ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਯੋਧੇ, ਜਿਹੜਾ ਵੀ ਕੋਈ ਚੜ੍ਹ ਕੇ ਆਇਆ ਇਹ ਅਖੀਰਲਾ ਜੰਗ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਭਿਆਨਕ ਯੁੱਧ ਕੀਤਾ ਔਰ ਚੌਥਾ 4 ਯੁੱਧ ਲੜੇ, ਚਾਰਾਂ ਦੇ ਵਿੱਚ ਹੀ ਪਾਤਸ਼ਾਹ ਜੀ ਨੇ ਮਹਾਨ ਜਿੱਤ ਪ੍ਰਾਪਤ ਕੀਤੀ ਹੈ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਜਿਹੜੇ ਵੀ ਹੰਕਾਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ 'ਤੇ ਚੜ੍ਹ ਕੇ ਆਏ ਹਨ, ਸਮੇਂ ਸਮੇਂ ਦੇ ਨਾਲ ਉਹਨਾਂ ਦਾ ਅੰਤ ਹੋਇਆ ਹੈ। ਗੁਰੂ ਘਰ ਦੀ ਮਹਿਮਾ ਵਡਿਆਈ ਦਿਨ ਬਰ ਦਿਨ ਵਧੀ ਹੈ ਅਤੇ ਇਸੇ ਤਰ੍ਹਾਂ ਵੱਧਦੀ ਰਹੇਗੀ। ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਦੀ ਖਿਮਾ। ਆਓ ਕੁਝ ਕੁ ਸਮੇਂ ਵਾਸਤੇ ਸਾਰੀ ਸੰਗਤ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ
ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।